ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰੁਪਏ ਵੀਰ ਧੀਰੰ ਤਜੇ ਤਾਣ ਤੀਰੰ ਝਮੈ ਬਿਜ ਬੇਗੰ ਲਸੇ ਏਮ ਤੇਗੰ ਖਹੇ ਖਗ ਖੂਨੀ ਚੜ੍ਹੈ ਚੌਪ ਨੂਨੀ ਕਰੈ ਚਿੱਤਰ ਚਾਰੰਗ ਬਗੈ ਮਾਰ ਮਾਰੰ ਆਪੋ ਆਪ ਦਾਬੈ ਰਣੰਗ ਵੀਰ ਫਾਬੈ ਕਣੰ ਘਾਏ ਪੇਲੈ ਮਹਾਵੀਰ ਝੇਲੈ ਮਡੈ ਵੀਰ ਸੁਦੰ ਕਰੈ ਮਲ ਜੁਦੰ ਆਪੋ ਆਪ ਬਾਹੈ ਉਬੈ ਜੀਤ ਚਾਹੈ ਰਣੰਗ ਰੰਗ ਰਤੈ ਚੜ੍ਹੇ ਤੇਜ ਤਤੈ ਖੁਲੈ ਖਗ ਖੂਨੀ ਚੜ੍ਹੈ ਚੌਪ ਦੂਨੀ ਨਭੰ ਹੂਰ ਪੂਰੰ ਭਏ ਵੀਰ ਚੂਰੰ ਬੱਜੇ ਤੂਰ ਤਾਲੀ ਨਚੇ ਮੁੰਡ ਮਾਲੀ ਰਣੰਗ ਹੂਹ ਉੱਠੈ ਸਰੰਗ ਧਾਰ ਬੁੱਠੈ ਗੱਜੈ ਵੀਰ ਗਾਜੀ ਤੁਰੈ ਤੁੰਦ ਤਾਜੀ ਚੌਪਈ ਭਇਓ ਘੋਰ ਆਹ ਬਿਕਰਾਰਾ ਨਾਚੇ ਭੂਤ ਪ੍ਰੇਤ ਬੈਤਾਰਾ ਬੈਰਕ ਬਾਣ ਗਗਨ ਗਏ ਛਾਈ ਜਾਨ ਕਰੈਨ ਦਿਨਹਿ ਹੋਏ ਆਈ ਕਹੂੰ ਪਿਸਾਚ ਪ੍ਰੇਤ ਨਾਚੈ ਰਣ ਜੂਝ ਜੂਝ ਕਹੂੰ ਗਿਰੈ ਸੋ ਭਟ ਗਣ ਭੈਰਵ ਕਰਤ ਕਹੂੰ ਪਵਘਾਰਾ ਉਡਤ ਕਾਕ ਕੰਕੈ ਬਿਕਰਾਰਾ ਬਾਜਤ ਢੋਲ ਮਰਦੰਗ ਨਗਾਰਾ ਤਾਲੂ ਪੰਗ ਬੀਣ ਬੰਕਾਰਾ ਮੁਰਲੀ ਨਾਦ ਨਫੀਰੀ ਬਾਜੇ ਭੀਰ ਭਿਆਨਕ ਹੋਏ ਤਜ ਭਾਜੇ ਮਹਾ ਸੁਵੜ ਜੂਝੇ ਤੇ ਠਾਮਾ ਖਰ ਪਰ ਪਰੀ ਇੰਦਰ ਕੇ ਧਾਮਾ ਬੈਰਕ ਬਾਣ ਗਗਨ ਗਏ ਵਿਛਾਈ ਉਠੈ ਘਟਾ ਸਾਵਣ ਜਨ ਆਈ ਤੋਮਰ ਛੰਦ ਬਹੁ ਭਾਂਤ ਕੋ ਪਸਬੀਰ ਤਨ ਤਾਨ ਤਿਆਗ ਤੀਰ ਸਰ ਅੰਗ ਜਾਸ ਲਗੰਤ ਪਟ ਸੁਰਗ ਬਾਸ ਕਰੰਤ ਕਹੂੰ ਅੰਗ ਭੰਗ ਉਤੰਗ ਕਹੂੰ ਤੀਰ ਤੇਗ ਸੁਰੰਗ ਕਹੂੰ ਚੌਰ ਚੀਰ ਸੁਬਾਹ ਕਹੂੰ ਸੁਧ ਸੇਲ ਸਨਾਹ ਰਣ ਅੰਗ ਰੰਗਤ ਐਸ ਜਨ ਫੂਲ ਕਿੰਸਕ ਜੈਸ ਇਕ ਐਸ ਜੂਝ ਮਰੰਤ ਜਨ ਖੇਲ ਫਾਗ ਬਸੰਤ ਇਕ ਧਾਏ ਆਏ ਪ੍ਰੰਤ ਪਗ ਦਵੈ ਨਾ ਭਾਗ ਚਲੰਤ ਤਜ ਤਰਾਸ ਕਰਤ ਪ੍ਰਹਾਰ ਜਨ ਖੇਲ ਫਾਗ ਧਮਾਰ ਤਾਰਕ ਛੰਦ ਕਲਕੀ ਅਵਤਾਰ ਸਾਵਹਿਗੇ ਭਟ ਓਗ ਪ੍ਰਯੋਗ ਗਿਰਾਵਹਿਗੇ ਬਹੁ ਭਾਂਤਨ ਸ਼ਸਤਰ ਪ੍ਰਹਾਰਹਿਗੇ ਅਰ ਓਗ ਪ੍ਰਯੋਗ ਸੰਘਾਰਹਿਗੇ ਸਰ ਸੇਲ ਸਨਾਹਰ ਛੂਟਹਿਗੇ ਰਣ ਰੰਗ ਸੁਰਾਸੁਰ ਜੂਟਹਿਗੇ ਸਰ ਸੇਲ ਸਨਾਹਰ ਝਾਰਹਿਗੇ ਮੁਖ ਮਾਰ ਪਚਾਰ ਪ੍ਰਹਾਰਹਿਗੇ ਜਮ ਡੱਡ ਕਿਰਪਾਨ ਨਿਕਾਰਹਿਗੇ ਕਰ ਕੋਪ ਸੁਰਾਸੁਰ ਝਾਰਹਿਗੇ ਰਣ ਲੁੱਥ ਪੈ ਲੁੱਥ ਗਿਰਾਵਹਿਗੇ ਲਖ ਪ੍ਰੀਤ ਪਰੀ ਰਹਿ ਸਾਵਹਿਗੇ ਗਣ ਗੂੜ ਅਗੂੜਨ ਗੱਜਹਿਗੇ ਲਖ ਭੀਰ ਭਇਆ ਹਵ ਭੱਜਹਿਗੇ ਸਰ ਬਿੰਦ ਪਰਬਿੰਦ ਪ੍ਰਹਾਰਹਿਗੇ ਰਣ ਰੰਗ ਅਭੀਤ ਬਿਹਾਰਹਿਗੇ ਖਗ ਉਦ ਅਦੋ ਅਦ ਬੱਜਹਿਗੇ ਲਖ ਯੋਧ ਮਹਾ ਜੁਧ ਗੱਜਹਿਗੇ ਅਣੇਸ ਦੁਹੂ ਦਿਸ ਟੂਕਹਿਗੇ ਮੁਖ ਮਾਰ ਮਹਾਸੁਰ ਕੂਕਹਿਗੇ ਗਾਣ ਗੰਧਰਵ ਦੇਵ ਨਿਹਾਰਹਿਗੇ ਗਾਣ ਗੰਧਰਵ ਦੇਵ ਨਿਹਾਰਹਿਗੇ ਜੈ ਸਦ ਨਿਨਦ ਪੁਕਾਰਹਿਗੇ ਜਮ ਡਾਂਡ ਕਿਰਪਾਣਨ ਬਾਹਹਿਗੇ ਅਦ ਅੰਗ ਅਦੋ ਅਦ ਲਾਹਹਿਗੇ ਰਣ ਰੰਗ ਤੁਰੰਗ ਬਾਜਹਿਗੇ ਡਾਫ ਝਾਂਜ ਨਫੀਰ ਗਾਜਹਿਗੇ ਅਣ ਏਸ ਦਹੂ ਦਿਸ ਧਾਵਹਿਗੇ ਕਰ ਕਾੜ ਕਿਰਪਾਨ ਕਪਾਵਹਿਗੇ ਰਣ ਕੁੰਜਰ ਪੁੰਜ ਗਰਜਹਿਗੇ ਲਖ ਮੇਘ ਮਹਾਦੁਤ ਲੱਜਹਿਗੇ ਰਿਸ ਮੰਡ ਮਹਾਰਣ ਜੂਟਹਿਗੇ ਛਟ ਛਤਰ ਛਟਾ ਛਟ ਛੂਟਹਿਗੇ ਰਣ ਰੰਕ ਨਿਸ਼ਾਨ ਨਿਸ਼ਾਨ ਘੁਰੇ ਗਲ ਗੱਜ ਹਠੀ ਰਣ ਰੰਗ ਫਿਰੇ ਕਰ ਕੋਪ ਕਿਰਪਾਨ ਪ੍ਰਹਾਰਹਿਗੇ ਪਟ ਘਾਏ ਚੜਾ ਚੜ ਝਾਰਹਿਗੇ ਕਰ ਕਾੜ ਕਿਰਪਾਨ ਕਪਾਵਹਿਗੇ ਕਲਕੀ ਕਲ ਕ੍ਰਿਤ ਬਡਾਵਹਿਗੇ ਰਣ ਲੁੱਥ ਪੁਲੁੱਥ ਬਿਥਾਰਹਿਗੇ ਤਖ ਤੀਰ ਸੋ ਬੀਰਨ ਮਾਰਹਿਗੇ ਕਣ ਘੁੰਗਰ ਘੋਰ ਕਮਕਹਿਗੇ ਰਣ ਮੋਰਣ ਤੀਰ ਪਲਕਹਿਗੇ ਗਹਿ ਤੇਗ ਚੜਾ ਚੜ ਝਾੜਹਿਗੇ ਤਬ ਤੀਰ ਤੜਾ ਤੜ ਤਾੜਹਿਗੇ ਗਜ ਬਾਜ ਰਥੀ ਰਥ ਕੂਟਹਿਗੇ ਗਹਿ ਕੇਸਨ ਏਕਨ ਝੂਟਹਿਗੇ ਲਖ ਦਾਤਨ ਮੁਸ਼ਟ ਪ੍ਰਹਾਰਹਿਗੇ ਰਣ ਦਾਤਨ ਕੇਸਨ ਪਾਰਹਿਗੇ ਅਵਣੇਸ ਅਣੀਨ ਸੁਧਾਰਹਿਗੇ ਕਰ ਬਾਣ ਕਿਰਪਾਨ ਸੰਭਾਰਹਿਗੇ ਕਰ ਰੋਸ ਦਹੂ ਦਿਸਤਾ ਭਾਵਹਿਗੇ ਰਣ ਸੀਜ ਦਿਵਾਲਹਿ ਪਾਵਹਿਗੇ ਛਣਨਕ ਕਿਰਪਾਨ ਛਣਕਹਿਗੀ ਚਣਨਕ ਸੰਜੋ ਛਣਕਹਿਗੀ ਕਣਨਸ਼ਿਕ ਧਾਰ ਕਣਸ਼ਹਿਗੇ ਰਣ ਰੰਗ ਸੋ ਚਾਚਰ ਮਚਹਿਗੇ ਦਹੂ ਔਰ ਤੇ ਸਾਗ ਨਚਹਿਗੀ ਜੜ ਧੂਰ ਤੁਰਾ ਰੰਗ ਨਚਹਿਗੀ ਕਰਵਾਰ ਕਟਾਰੀ ਬੱਜਹਿਗੀ ਕਟ ਸਾਵਣ ਜਾਣ ਸੋ ਗੱਜਹਿਗੀ ਪੰਟ ਤਾਤਨ ਪੀਸ ਰਸਾਵਹਿਗੇ ਦੂ ਔਰ ਤੁਰੰਗ ਨਚਾਵਹਿਗੇ ਰਣ ਬਾਣ ਕਮਾਨਨ ਸ਼ੋਰਹਿਗੇ ਹੈ ਤਰਾਣ ਸਨਾਨਨ ਫੋਰਹਿਗੇ ਘਟ ਜਿਉ ਘਣ ਕੀ ਕੁਰ ਟੂਕਹਿਗੇ ਮੁਖ ਮਾਰ ਦਸੋ ਦਿਸ ਕੂਕਹਿਗੇ ਮੁਖ ਮਾਰ ਮਹਾਸੁਰ ਬੋਲਹਿਗੇ ਗਿਰ ਕੰਚਨ ਜੇ ਮਨ ਡੋਲਹਿਗੇ
है कोट गजी गज जुझेंगे, कब कोट कहाँ लग बुझेंगे। गण देव अदेव निहारेंगे, जय साध निनाद पुकारेंगे। लख बैरक बान सुहावेंगे, रण रंग समय फहरावेंगे। बर ढाल ढला खल टूकेंगे, मुख मार दसो दिस कूकेंगे। तन प्राण पुरजन उडेंगे, गढ़वार गड़ा गढ़ गुडहगे। रण बैरक बान चमकहगे, पट पूत प्रेत भुबकहगे। बर बैरक बान कृपाण कहूँ, रण बोलत आज लगे अजहूँ। गह केतन केस भरमावहगे, दसूँ दिस ताक चलावहगे। अरणंग बरणंग पट पेखियहगे, तरणंग किरणंग सर लेखियहगे। बहु भांत प्रभा पट पावहगे, रंग किंसुक देख लजावहगे। गज बाज रथी रथ जुझेंगे, कब लोग कहाँ लग बुझेंगे। जस जीत के गीत बनावहगे, जुग चार जग लगे जस गावहगे। अचलेश दहु दिस धावहगे, मुख मार सुमारो गावहगे। हथियार दहु दिस छूटहगे, सर ओग रणंग तन टूटहगे। हर बोल मना छंद पट गाजहगे, घन लाजहगे। दल जूटहगे, सर छूटहगे। सर बरखहगे, धन करखहगे। अस बाजहगे, रन साजहगे। भू डिगहगे, भै पिगहगे। उठ भाजहगे, नहीं लाजहगे। गण देखहगे, जय लिखहगे। जस गावहगे, मुस्कावहगे, मुस्क्यावहगे। प्राण पूरहगे, राज रूरहगे। प्राण पूरहगे, रण रूरहगे। रण राजहगे, गण लाजहगे। रिस मंडहगे, सर छंडहगे। रण जूटहगे, अस टूटहगे। गल गाजहगे, नहीं भाजहगे। अस झारहगे, अर मारहगे। गज जूझहगे, है लूझहगे। पट मारियहगे, भव तारियहगे। दिव देखहगे, जय लिखहगे। धन पाखहगे, चित राखहगे। जय कारण है, अर हारण है। खल खंडन है, मह मंडन है। अर दुखन है, भव भूखन है। मह मंडन है, अर डंडन है। दल गाहन है, अस बाहन है। जग कारण है, ऐ धारन है। मन मोहन है, शुभ सोहन है। अर तापन है, जग जापन है। प्रण पूरन है, अर चूरन है। सर बरखन है, धन करखन है। ती मोहन है, शब सोहन है। मन भावन है, घन सामन है। पा भूखन है, प्रित भूखन है। सस आनन है, संभानन है। अर आवन है, सुखदावन है। कन घोरन है, सम्मोरन है। जगतेश्वर है, करुणाकर है। पा भूखन है, अर दुखन है। शब शोभत है, त्रिलोभत है। शब शोभत है, त्रिलोभत है। दृग साजत है, मृग लाजत है। हरणी पत से, नलनी धर से। करनाबुध है, सो प्रभा धर है। कल कारण है, कल कारण है। भव उदाहरण है, शब साजत है। सुर लाजत है, असुपासक है। अरनाशक है, अर घायक है। सुखदायक है, जल जेषण है। प्रण पेषण है, अर मर्दन है। मृत कर्दन है, धरणी धर है। करणीकार है, धन करखन है। सर बरखन है, छड़ शैल प्रभा। लख चंद लबा, शब सोहत है। त्रिमोहत है, अरणंग बरणंग धरणंग धरणंग। हरसी कर भा, सुसवंत प्रभा। शरणाले हैं, अर घाले हैं। छड़ शैल कने, अत रूप सने। मन मोहत है, शब सोहत है। कल कारण है, करुणा धर है। अत रूप सने, जन मैन बने। अत क्रांत धरे, सस शोभ हरे। आस उपासक है, अर नासिक है। वरदायक है, प्रभ पायक है। संगीत भुजंग प्रयाद छंद। बागड़दंग बीरंग, जागड़दंग जूटे। तागड़दंग तीरंग, शागड़दंग छूटे। सागड़दंग स्वारंग, जागड़दंग जूझे। कागड़दंग कोपे, रागड़दंग रूझे। मागड़दंग माच्यो, जागड़दंग जुद्धंग। जागड़दंग जोधा, कागड़दंग क्रुद्धंग। सागड़दंग सांगंग, डागड़दंग डारे। बागड़दंग वीरंग, आगड़दंग उतारे। तागड़दंग तैकै, जागड़दंग जवाणं। शागड़दंग शूरै, बागड़दंग बाणं। जागड़दंग जूझे, बागड़दंग बाजी। डागड़दंग डोलै, तागड़दंग ताजी। कागड़दंग खूनी, ख्यागड़दंग खेतं। झागड़दंग जूझे, आगड़दंग अचेतं। झागड़दंग जूझे, आगड़दंग अचेतं। आगड़दंग उठे, कागड़दंग कोपै। डागड़दंग डारे, तागड़दंग धोपे। नागड़दंग नाचे, रागड़दंग रुद्रं। भागड़दंग भाजे, शागड़दंग शुद्रं। जागड़दंग जुझे, वागड़दंग वीरंग। लागड़दंग लागे, तागड़दंग तीरंग। रागड़दंग रुझे, सागड़दंग सूरंग। घागड़दंग घुम्मी, हागड़दंग हूरंग। तागड़दंग तक्के, जागड़दंग जवानंग। मागड़दंग मोही, तागड़दंग तानंग।
दागड़दंग देखै रागड़दंग रूपं पागड़दंग प्रेमं कागड़दंग कूपं डागड़दंग डुब्बी पागड़दंग प्यारी कागड़दंग कामं मागड़दंग मारी मागड़दंग मोही बागड़दंग बाला रागड़दंग रूपं गागड़दंग उजाला दागड़दंग देखै सागड़दंग सूरंग बागड़दंग बाजे तागड़दंग तूरंग रागड़दंग रूपं कागड़दंग कामं नागड़दंग नाचे बागड़दंग बामं रागड़दंग रीजे सागड़दंग सूरंग बागड़दंग ब्याह है हागड़दंग हूरंग कागड़दंग कोपा भागड़दंग कूपं कागड़दंग कालंग रागड़दंग रूपं रागड़दंग रोसंग तागड़दंग तायो चागड़दंग बाधे चलियो चुंग आयो आगड़दंग अरड़े गागड़दंग गाजी नागड़दंग नाचे तागड़दंग ताजी जागड़दंग जुजे खागड़दंग खेतंग रागड़दंग रहसे पागड़दंग प्रेतंग मागड़दंग मारे बागड़दंग बीरंग पागंग मागड़दंग मारे बागड़दंग बीरंग पागड़दंग प्राणे भागड़दंग भीरंग तागड़दंग तायो रागड़दंग राजा रागड़दंग रणके बागड़दंग बाजा टागड़दंग टूटे तागड़दंग तालंग आगड़दंग उठे जागड़दंग ज्वालंग भागड़दंग भाजे बागड़दंग वीरंग लागड़दंग लागे तागड़दंग तीरंग रागड़दंग रहसी दागड़दंग देवी गागड़दंग गैणंग आगड़दंग भेवी भागड़दंग भैरो पागड़दंग प्रेतंग हागड़दंग हस्से खागड़दंग खेतंग दोहरा आस टुटे लुटे घने टुटे शस्त्र अनेक जे जुटे कट्टे सबे रह गए भूपत एक पंकज बाटिका छंद सैन जुजत नृप भयो अत आकल धावत पयो सामोह अत व्याकल सुनिध होए चित मैं अत क्रुद्धत आवत पयो रिसकै कर जुद्धत शस्त्र प्रहार अनेक करे तब जंग जुटियो अपनो दल लै सब बाज उठे तह कोट नगारे रुझ गिरे रण जुझ निहारे चामर छंद शस्त्र अस्त्र लै ਸਕੋਪ बीर बोल कै सबै कोप उपदै हठी सुधाए कै परै सबै कान कै प्रमाण बान तान तान तोरही सो जूझ जूझ कै परै न नैक मुख मोरही बान पान लै सबै सुक्रुद्ध सूरमा चले बीन बीन जे लय परवीन बीर हा भले शंख शोर कै फिरै निशंक घाए डारही सुअंग भंग होए गृह न जंग ते पधारही निष्पालक छंद तान सर आन अरमान कर शोरही ऐन सर चैन कर तैन कर जोरही घाव कर चाव कर आन कर लगही छाड़ रण खाए बृण बीर बर भगही क्रोध कर बोध हर सोध आर धावही जोध बर क्रोध तर विरोध सर लावही अंग भट भंग होए जंग तेह डिगही संग बिन रंग रण सरੋਣ न भिगही ताए पट आए रिस खाए अब जार झारही शोर कर जोर सर तोर अर डारही प्राण तज पै न भज भूम रन शोभही पेख शब देख दुत नार सुर लोभही ਭਾਜ ਨਹਿ ਸਾਜ ਅਸ ਗਾਜ ਭਟ ਆਵਹੀਂ ਕ੍ਰੋਧ ਕਰ ਬੋਧ ਹਰ ਜੋਧ ਅਸ ਲਾਵਹੀਂ ਜੂਝ ਰਣ ਝਾਲ ਬ੍ਰਿਣ ਦੇ ਪੁਰ ਪਾਵਹੀਂ ਜੀਤ ਕੈ ਗੀਤ ਕੁਲ ਜੀਤ ਜਿਮ ਜਗਾਵਹੀਂ ਨਰਾਜ ਛੰਦ ਸਾਜ ਸਾਜ ਕੈ ਸਭੈ ਸਲਾਜ ਵੀਰ ਧਾਵਹੀਂ ਜੂਝ ਜੂਝ ਕੈ ਮਰੈ ਪਰਲੋਕ ਲੋਕ ਪਾਵਹੀਂ ਧਾਏ ਧਾਏ ਕੈ ਹਠੀ ਅਗਾਏ ਕਾਏ ਝੇਲਹੀਂ ਪਛੇਲ ਪਾਵਨਾ ਚਲੇ ਅਰੇਲ ਵੀਰ ਠੇਲਹੀਂ ਕੋਪ ਓਪਦੈ ਸਭੈ ਸਰੋਗ ਸੂਰ ਧਾਏ ਹੈ ਧਾਏ ਧਾਏ ਜੂਝ ਹੈ ਅਰੂਜ ਜੂਝ ਜਾਏ ਹੈ ਸੋ ਅਸਤਰ ਸ਼ਸਤਰ ਮੇਲ ਕੈ ਪ੍ਰਹਾਰ ਆਨ ਡਾਰਹੀ ਨਾ ਭਾਜ ਗਾਜ ਹੈ ਹਠੀ ਨਿਸ਼ੰਕ ਘਾਏ ਮਾਰਹੀ ਮ੍ਰਿਦੰਗ ਢੋਲ ਬਾਸੁਰੀ ਸੁਨਾਏ ਝਾਂਜ ਬਾਜ ਹੈ ਸਭ ਪਾਵ ਰੂਪ ਕੈ ਬਲੀ ਸੁਕੋਪਾਨ ਗਾਜ ਹੈ ਕਿ ਬੂਝ ਬੂਝ ਕੈ ਹਠੀ ਅਰੂਜ ਆਨ ਜੂਝ ਹੈ ਸੋ ਅੰਧ ਧੁੰਦ ਹੋਏ ਰਹੀ ਦਿਸ਼ਾ ਵਿਸਾ ਨਾ ਸੂਝ ਹੈ ਕਿ ਬੂਝ ਬੂਝ ਕੈ ਹਠੀ ਅਰੂਜ ਆਨ ਜੂਝ ਹੈ ਸੋ ਅੰਧ ਧੁੰਦ ਹੋਏ ਰਹੀ ਦਿਸ਼ਾ ਵਿਸਾ ਨਾ ਸੂਝ ਹੈ ਅੰਧ ਧੁੰਦ ਹੋਏ ਰਹੀ ਦਿਸ਼ਾ ਵਿਸਾ ਨਾ ਸੂਝ ਹੈ ਸਰੋਖ ਕਾਲ ਕੇਸਰੀ ਸੰਘਾਰ ਸੈਨ ਧਾਏ ਹੈ ਅਗਸਤ ਸਿੰਧ ਕੀ ਜਿਮੰ ਪਚਾਏ ਸੈਨ ਜਾਏ ਹੈ ਸੰਘਾਰ ਬਾਣੀ ਬਾਹਣੀ ਸਕੋ ਸੰਘਾਰ ਬਾਹਣੀ ਸਕੋ ਨੀਸ ਤੀਰ ਗਾਜ ਹੈ ਬਸੇਕ ਜੁਧ ਮੰਡ ਹੈ ਅਸੇਕ ਸ਼ਸਤਰ ਬਾਜ ਹੈ ਸਵਈਆ ਛੰਦ ਆਵਤ ਹੀ ਨ੍ਰਿਪ ਕੋ ਦਲ ਤੇ ਆਵਤ ਹੀ ਨ੍ਰਿਪ ਕੇ ਦਲ ਤੇ ਹਰ ਬਾਜ ਕਰੀ ਰਥ ਕੋਟਕ ਕੂਟੇ ਸਾਜ ਕਰੇ ਨ੍ਰਿਪ ਰਾਜ ਕਹੂੰ ਬਰਬਾਜ ਫਿਰੇ ਹਿ ਨਾਵਤ ਛੂਟੇ ਟਾਟ ਕਹੂੰ ਗਜਰਾਜ ਰਣੰ ਪਟ ਕੇਸਨ ਤੇ ਗਹਿ ਕੇਸਨ ਜੂਟੇ ਪੌਨ ਸਮਾਨ ਬਹਿ ਕਲਬਾਨ ਸਭੇ ਅਰ ਬਾਦਲ ਸੇ ਚਲ ਫੂਟੇ ਸਭੇ ਅਰ ਬਾਦਲ ਸੇ ਚਲ ਫੂਟੇ ਧਾਏ ਪਰੇ ਕਰ ਕੋਪ ਵੱਡੇ ਭਟ ਬਾਨ ਕਮਾਨ ਕਿਰਪਾਨ ਸੰਭਾਰੇ
ਪਟਸ ਲੋਹ ਹਥੀ ਪਰਸਾ ਕਰ, ਕ੍ਰੋਧ ਚਹੂੰ ਦਿਸ ਚੌਕ ਪ੍ਰਹਾਰੇ। ਕੁੰਜਰ ਪੁੰਜ ਗਰੇ ਰਣ ਮੂਰਧਨ, ਸੋਭਤ ਹੈ ਅਤ ਡੀਲ ਡਲਾਰੇ। ਸੋਭਤ ਹੈ ਅਤ ਡੀਲ ਡਲਾਰੇ। ਰਾਵਣ ਰਾਮ ਸਮੈ ਰਣ ਕੇ, ਰਾਵਣ ਰਾਮ ਸਮੈ ਰਣ ਕੇ, ਗਿਰਰਾਜ ਮਨੋ ਹਨਵੰਤ ਉਖਾਰੇ। ਕੇ ਹੈ ਜੀ, ਰਾਵਣ ਰਾਮ ਸਮੈ ਰਣ ਕੇ। ਰਾਵਣ ਰਾਮ ਸਮੈ ਰਣ ਕੇ, ਗਿਰਰਾਜ ਮਨੋ ਹਨਵੰਤ ਉਖਾਰੇ। ਚੌਪ ਚਰੀ ਚਤੁਰੰਗ ਚਮੋ, ਕਰਨਾਲੈ ਕੇ ਪਰ ਸਿੰਦਰ ਪੇਲੇ। ਧਾਏ ਪਰੇ ਕਰ ਕੋਪ ਹਠੀ, ਕਰ ਕਾਟ ਸਵੈ ਪਗ ਦੁਐ ਨ ਪਛੇਲੇ। ਬਾਨ ਕਮਾਨ ਕਿਰਪਾਨਨ ਕੇ, ਘਨ ਸਿਆਮ ਘਨੇ ਤਨ ਆਚੁਦ ਝੇਲੇ। ਸਰੋਨ ਰੰਗੇ ਰਮਣੀ ਰਮਾਪਤ, ਫਾਗਨ ਅੰਤ ਬਸੰਤ ਸਿਖੇਲੇ। ਘਾਏ ਸਭੈ ਸਹਿ ਕੈ ਕਮਲਾਪਤ, ਕੋਪ ਭਰਿਓ ਕਰ ਆਚੁਦ ਲੀਨੇ। ਦੁਜਨ ਸੈਨ ਬਿਖੈ ਧਸ ਕੈ, ਛਿਨ ਮੈਂ ਬਿਨ ਪ੍ਰਾਨ ਸਭੈ ਅਰ ਕੀਨੇ। ਟੂਟ ਪਰੈ ਰਮਣੀ ਅਸ ਭੂਖਣ, ਵੀਰ ਬਲੀ ਅਤ ਸੁੰਦਰ ਚੀਨੇ। ਜਿਉ ਉਪਮਾ ਉਪਜੀ ਮਨ ਮੈਂ, ਰਣ ਭੂਮ ਕੋ ਮਨ ਹੋ ਭੂਖਨ ਦੀਨੇ। ਚੌਪ ਚੜਿਓ ਕਰ ਕੋਪ ਕਲੀ ਕ੍ਰਿਤ, ਚੌਪ ਚੜਿਓ ਕਰ ਕੋਪ ਕਲੀ ਕ੍ਰਿਤ। ਆਜਦ ਅੰਗ ਅਨੇਕਨ ਸਾਜੇ, ਤਾਲ ਮ੍ਰਦੰਗ ਉਪੰਗ ਮੁਚੰਗ। ਤਾਲ ਮ੍ਰਦੰਗ ਉਪੰਗ ਮੁਚੰਗ, ਸੋ ਭਾਂਤ ਅਨੇਕ ਭਲੀ ਬਿਦ ਸਾਜੇ ਬਾਜੇ। ਪੂਰ ਫਟੀ ਛੁਟ ਧੂਰ ਜਟੀ ਜਟ, ਦੇਵ ਅਦੇਵ ਦਉ ਉਠ ਭਾਜੇ। ਕੋਪ ਕਛੂ ਕਰ ਕੈ ਚਿਤ ਮੋ, ਕਲ ਕੀ ਅਵਤਾਰ ਜਬੈ ਰਣ ਗਾਜੇ। ਬਾਜ ਹਨੇ ਗਜ ਰਾਜ ਹਨੇ, ਦ੍ਰਿਪ ਰਾਜ ਹਨੇ ਰਣ ਭੂਮ ਗਿਰਾਏ। ਡੋਲ ਗਿਰਿਓ ਗਿਰ ਮੇਰ ਰਸਾਤਲ, ਦੇਵ ਅਦੇਵ ਸਭੈ ਪਹਿਰਾਏ। ਸਾਤੋ ਸਿੰਧ ਸੁਕੀ ਸਰਤਾ ਸਭ, ਲੋਕ ਅਲੇਕ ਸਭੈ ਠਹਿਰਾਏ। ਲੋਕ ਅਲੋਕ ਸਭੈ ਠਹਿਰਾਏ। ਸਾਤੋ ਸਿੰਧ ਸੁਕੀ ਸਰਤਾ ਸਭ, ਲੋਕ ਅਲੋਕ ਸਭੈ ਠਹਿਰਾਏ। ਚੌਕ ਚੱਕੇ ਦ੍ਰਿਗਪਾਲ ਸਭੈ, ਚੌਕ ਚੱਕੇ ਦ੍ਰਿਗਪਾਲ ਸਭੈ। ਇਹ ਪੈ ਕਲ ਕੀ ਕਰ ਕੋਪ ਰਸਾਏ। ਬਾਨ ਕਮਾਨ ਸੰਭਾਰ ਹਠੀ, ਹਠ ਠਾਠ ਹਠੀ ਰਣ ਕੋਟ ਹਠ ਠਾਨ ਹਠੀ ਰਣ ਕੋਟ ਮਾਰੇ। ਹਾਂਜੀ, ਇੱਥੇ ਠਾਠ ਹੋਣਾ ਤੁਹਾਡੇ ਕੋਲੇ, ਨਾਨਕ ਸਰੀਆਂ ਵਾਲਾ। ਇੱਥੇ ਠਾਨ ਕਰ ਲਿਓ ਜੀ। ਬਾਨ ਕਮਾਨ ਸੰਭਾਰ ਹਠੀ, ਹਠ ਠਾਨ ਹਠੀ ਰਣ ਕੋਟ ਕੁਮਾਰੇ। ਜੰਗ ਕਹੂ ਸਿਰ ਬਾਹਾਂ ਕਹੂ, ਰਣ ਅਸਰੇਣ ਪ੍ਰਮਾਣ ਸਭੈ ਕਰ ਡਾਰੇ। ਅਸਰੇਣ ਪ੍ਰਮਾਣ ਸਭੈ ਕਰ ਡਾਰੇ। ਬਾਜ ਕਹੂੰ ਗਜਰਾਜ ਤੁਜਾ, ਰਥ ਉਸਟ ਪਰੇ ਰਣ ਪੁਸ਼ਟ ਬਿਦਾਰੇ। ਜਾਨਕ ਬਾਗ ਜਨਿਓ ਰਣ ਮੰਡਲ, ਪੇਖਨ ਕੋ ਜਟ ਧੂਰ ਪਧਾਰੇ। ਲਾਜ ਭਰੇ ਅਰ ਰਾਜ ਚਹੂੰ ਦਿਸ, ਭਾਜ ਚਲੇ ਨਹੀਂ ਆਨ ਘਿਰੇ। ਗਹਿਬਾਨ ਕਿਰਪਾਨ ਗਦਾ ਬਰਛੀ, ਛਟ ਛੈਲ ਸਕੇ ਚਤ ਚੌਪ ਚਿਰੇ। ਪ੍ਰਤਮਾਨ ਸੁਜਾਨ ਅਜਾਨ ਭੁਜਾ, ਕਰ ਪੈਜ ਪਰੇ ਨਹੀਂ ਫੇਰ ਫਿਰੇ। ਰਣ ਮੋ ਮਰ ਕੈ ਜਸ ਕਉ ਕਰ ਕੈ, ਹਰ ਸੋ ਲਰ ਕੈ ਪਵ ਸਿੰਧ ਤਰੇ। ਰੰਗ ਸੋ ਜਾਨ ਸੁਰੰਗੇ ਹੈ ਸਿੰਦਰ, ਛੂਟੀ ਰੰਗ ਸੋ ਜਾਨ ਸੁਰੰਗੇ ਹੈ ਸਿੰਦਰ। ਰੰਗ ਸੋ ਜਾਨ ਸੁਰੰਗੇ ਹੈ ਸਿੰਦਰ, ਸੋ ਆਡਾ ਰੰਗੇ ਆਡੇ। ਛੋਟੀ ਹੈ ਸੀਸ ਪੈ ਸਰੋਨ ਅਲੇਲਾ। ਬਾਜ ਗਿਰੇ ਪਟ ਰਾਜ ਕਹੂੰ, ਵਿਚਲੇ ਕੁਪ ਕੈ ਕਲ ਕੇ ਅਸ ਮੇਲਾ। ਅਸ ਕੇ ਲੈ, ਅਸ ਕੇ ਲੈ ਜੀ। ਬਾਜ ਗਿਰੇ ਪਟ ਰਾਜ ਕਹੇ ਕਹੂੰ, ਵਿਚਲੇ ਕੁਪ ਕੈ ਕਲ ਕੇ ਅਸ ਕੇ ਲੈ। ਅਸ ਕੇ ਲੈ, ਅਸ ਅੱਡ ਕੇ ਅੱਡ ਲੈ ਅੱਡ। ਹਾਂਜੀ, ਮੇਲਾ ਪਾਠ ਵੀ ਦੂਜਾ ਹੈ, ਪਰ ਕੇ ਲੈ ਪਾਠ ਕੱਟ ਕਰਨ ਵਾਲੀ ਆਵਾਜ਼ ਮਾਰੀ। ਚਾਚਰ ਜਾਨ ਕਰੇ ਵਸਦਾ ਪਰ, ਜੂਝ ਗਿਰੇ ਪਗ ਦੁਐ ਨਾ ਪਛੇਲੈ। ਜਾਨ ਕਪਾਨ ਕ ਭੰਗ ਮਲੰਗ, ਸੋ ਫਾਗਨ ਅੰਤ ਬਸੰਤ ਸੋ ਖੇਲੈ। ਜੇਤਕ ਜੀਤ ਬਚੇ ਸੋ ਸਭੈ ਭੱਟ, ਚੌਪ ਚੜੇ ਤਹੂ ਔਰ ਨ ਧਾਏ। ਹਾਂਜੀ, ਭੱਟ ਤੇ ਬਾਨ ਕਮਾਨ ਗਦਾ ਬਰਛੀ। ਸੁਣਦਾ ਨਹੀਂ ਉਧਰ, ਸੁਣਦਾ ਨਹੀਂ ਮਾਰਾ। ਜੇਤਕ ਜੀਤ ਬਚੇ ਸੋ ਸਭੈ।
ਆ ਬੰਦ ਕਰ ਦੀ ਬਈ ਥੋੜਾ ਜਿਹਾ ਚਿਰ, ਆ ਬੰਦ ਕਰ ਦੇ ਬਈ। ਆ ਜਾਓ ਬਲਵੰਤ ਜੀ ਉੱਤੇ ਆ ਜਾਓ, ਆ ਜਾਓ ਮਹਾਰਾਜ ਆ ਜਾਓ। ਰੰਗ ਸੋ ਜਾਨ ਸੁਰੰਗੇ ਹੈ ਸਿੰਦਰ, ਛੂਟੀ ਹੈ ਸੀਸ ਪੈ ਸਰੋਨ ਅਲੇਲਾ। 597 ਪੰਨਾ 395 ਪੌੜੀ ਤੋਂ ਅੱਗੇ। ਰੰਗ ਸੋ ਜਾਨ ਸੁਰੰਗੇ, ਸੁਰੰਗੇ ਹੈ ਸਿੰਦਰ। ਉੱਤੋਂ 6 ਲਾਈਨਾਂ ਛੱਡ ਕੇ 7ਵੀਂ ਸ਼ੁਰੂ ਹੈ, ਦੇਖੋ। ਰੰਗ ਸੋ ਜਾਨ ਸੁਰੰਗੇ ਹੈ ਸਿੰਦਰ, ਛੂਟੀ ਹੈ ਸੀਸ ਪੈ ਸਰੋਨ ਅਲੇਲਾ। ਬਾਜ ਗਿਰੇ ਪਟ ਰਾਜ ਕਹੋ, ਵਿਚਲੇ ਕੁਪ ਕੈ ਕਲ ਕੇ ਅਸ ਕੇਲਾ। ਕੇ ਲੈ ਪਾਠ ਅੱਡ ਅੱਡ ਕਰਨਾ। ਬਾਜ ਗਿਰੇ ਪਟ ਰਾਜ ਕਹੋ, ਵਿਚਲੇ ਕੁਪ ਕੈ ਅਸ ਕੇਲਾ। ਚਾਚਰ ਜਾਨ ਕਰੈ ਬਸੁਦਾ ਪਰ, ਜੂਝ ਗਿਰੇ ਪਗ ਦੁਐ ਨ ਪਛੇਲਾ। ਜਾਨਕ ਪਾਨਕ ਭੰਗ ਮਲੰਗ, ਸੋ ਫਾਗਨ ਅੰਤ ਬਸੰਤ ਸੋ ਖੇਲਾ। ਜੇਤਕ ਜੀਤ ਬਚੇ ਸੋ ਸਬੈ ਭਟ, ਚੌੜ ਚੜੇ ਚਹੂ ਔਰਨ ਧਾਏ। ਬਾਨ ਕਮਾਨ ਗਦਾ ਬਰਛੀ, ਅਸ ਕਾਢ ਲਏ ਕਰ ਮੌ ਚਮਕਾਏ। ਚਾਬਕ ਮਾਰ ਤੁਰੰਗ ਤਸੇ ਰਨ, ਸਾਵਨ ਕੀ ਕਟ ਜਉ ਕਹਿਰਾਏ। ਸ੍ਰੀ ਕਲ ਕੀ ਕਰ ਲੈ ਕਰਵਾਰ, ਸੋ ਏਕ ਹਨੇ ਹਰ ਏਕ ਪਰਾਏ। ਹਰ ਅਨੇਕ ਪਰਾਏ। ਸ੍ਰੀ ਕਲ ਕੀ ਕਰ ਲੈ ਕਰਵਾਰ, ਸੋ ਏਕ ਹਨੇ ਏਕ ਅਨੇਕ ਪਰਾਏ। ਮਾਰ ਮਚੀ ਬੇਸੰਭਾਰ ਜਬੈ, ਤਬ ਆਜੁਦ ਛੋਰ ਸਬੈ ਭਟ ਭਾਜੇ। ਡਾਰ ਹਥਿਆਰ ਉਤਾਰ ਸਨਾਹੇ, ਸੋ ਏਕ ਹੀ ਬਾਰ ਭਜੈ ਨਹੀਂ ਗਾਜੇ। ਸ੍ਰੀ ਕਲ ਕੀ ਅਵਤਾਰ ਤਹ, ਗਹਿ ਸ਼ਸਤਰ ਸਬੈ ਇਹ ਭਾਂਤ ਬਿਰਾਜੇ। ਭੂਮ ਆਕਾਸ਼ ਪਤਾਰ ਚੱਕਿਓ, ਛਬ ਦੇਵ ਅਦੇਵ ਦੋ ਲਖ ਲਾਜੇ। ਦੇਖ ਭਜੀ ਪ੍ਰਤਨਾ ਅਰ ਕੀ, ਕਲ ਕੀ ਅਵਤਾਰ ਹਥਿਆਰ ਸੰਭਾਰੇ। ਬਾਨ ਕਮਾਨ ਕਿਰਪਾਨ ਗਦਾ, ਛਿਨ ਬੀਚ ਸਬੈ ਕਰ ਚੂਰਨ ਡਾਰੇ। ਭਾਗ ਚਲੇ ਇਹ ਭਾਂਤ ਭਟਾ, ਜਿਮ ਪੌਨ ਬਹਿ ਦ੍ਰੁਮ ਪਾਤ ਨਿਹਾਰੇ। ਪੈਨ ਪਰੀ ਕਛ ਮਾਨ ਨਾ ਪਰੀ ਨੰਨਾ ਅੱਡ। ਪੈ ਨਾ ਪਰੀ ਕਛ ਮਾਨ ਰਹਿਓ ਨਹੀਂ, ਬਾਨਨ ਡਾਰ ਨਿਦਾਨ ਪਧਾਰੇ। ਸੋ ਪ੍ਰਿਆ ਛੰਦ ਕਹੂੰ ਪਟ ਮਿਲਤ, ਮੁਖ ਮਾਰ ਉਚਾਰਤ। ਕਹੂੰ ਪਟ ਭਾਜ ਪੁਕਾਰਤ ਆਰਤ। ਕੇਤਕ ਜੋਧ ਫਿਰਤ ਦਲ ਗਾਹਤ, ਕੇਤਕ ਜੂਝ ਬਰੰਗਨ ਬਿਆਹਤ। ਗਾਰਤ ਪਾਠ ਹੈ ਜੀ, ਗਾਹਤ ਨੂੰ ਰਾਰਾ ਬਣਾ ਲਿਓ, ਗਾਰਤ। ਕੇਤਕ ਜੋਧ ਫਿਰਤ ਦਲ ਗਾਰਤ, ਕੇਤਕ ਜੂਝ ਬਰੰਗਨ ਬਿਆਹਤ। ਕਹੂੰ ਬਰ ਬੀਰ ਫਿਰਤ ਸਰ ਮਾਰਤ, ਕਹੂੰ ਰਣ ਛੋਰ ਭਜਤ ਪਟ ਆਰਤ। ਕਈ ਡਰ ਡਾਰ ਹਨਤ ਰਣ ਜੋਧਾ, ਕਈ ਮੁਖ ਚਾਰ ਮਾਰ ਰਟਤ ਕਰ ਕ੍ਰੋਧਾ। ਕਈ ਖਗ ਖੰਡ ਗਿਰਤ ਰਣ ਛਤਰੀ, ਕੇਤਕ ਭਾਗ ਚਾਲਤ ਤਰਸ ਅਤਰੀ। ਕੇਤਕ ਭ੍ਰਮ ਜੁਧ ਮਚਾਵਤ, ਆਹਵ ਸੀਜ ਦਵਾਲੈ ਪਾਵਤ। ਕੇਤਕ ਜੂਝ ਮਰਤ ਰਣ ਮੰਡਲ, ਕਈ ਭੇਦ ਚਲੇ ਬ੍ਰਹਮੰਡਲ। ਕਈ ਕਾਨ ਪ੍ਰਹਾਰਤ ਸੰਗੈ, ਕੇਤਕ ਭੰਗ ਗਿਰਤ ਹੋਏ ਅੰਗੈ। ਬਸੇਕ ਛੰਦ ਭਾਜ ਬਿਨਾ ਪਟ ਲਾਜ, ਸਵੈ ਤਜ ਭਾਜ ਬਿਨਾ ਪਟ ਲਾਜ, ਸਵੈ ਤਜ ਸਾਜ ਜਹਾਂ। ਨਾਚਤ ਭੂਤ ਪਸਾਚਨ ਸਾਚਰ ਰਾਜ ਤਹਾਂ। ਰਾਜਤ ਪਾਠ ਵੀ ਹੈ, ਰਾਜ ਤਹਾਂ ਬਰਾਜਦੇ ਹੈ। ਦੇਖਤ ਦੇਵ ਅਦੇਵ ਮਹਾਰਣ ਕੋ ਬਰਨੈ, ਜੂਝ ਭਇਓ ਜੇ ਭਾਂਤ ਸੋ ਪਾਰਸ ਸੋ ਕਰਨੈ। ਦਾਵ ਕਰੈ ਰਸ ਖਾਏ ਮਹ ਸਤਿ ਸ੍ਰੀ ਅਕਾਲ। ਦਾਵ ਕਰੈ ਰਸ ਖਾਏ ਮਹਾ ਹਠ ਠਾਨ ਹਟੀ। ਕੋਪ ਭਿਰੇ ਇਹ ਭਾਂਤ ਸੋ ਪਾਵਕ ਜਾਨ ਭੱਠੀ। ਕ੍ਰੋਧ ਭਰੇ ਰਣ ਛਤਰਜ, ਅਤਰਨ ਝਾਰਤ ਹੈ। ਭਾਜ ਚਲੇ ਨਹੀਂ ਪਾਵ, ਸੋ ਮਾਰ ਪੁਕਾਰਤ ਹੈ। ਦੇਖਤ ਹੈ ਦਿਵ ਦੇਵ ਧਨੈ ਧਨ ਜੰਪਤ ਹੈ। ਭੂਮ ਆਕਾਸ਼ ਪਤਾਲ ਚਵੋ ਚੱਕ ਕੰਪਤ ਹੈ। ਭਾਜਤ ਨਾਹਨ ਵੀਰ ਮਹਾਰਨ ਗਾਜਤ ਹੈ। ਜਚ ਭਜੰਗਨ ਨਾਰ ਲਖੇ ਛਬ ਲਾਜਤ ਹੈ। ਧਾਵਤ ਹੈ ਕਰ ਕੋਪ ਮਹਾਸੁਰ ਸੂਰਤ ਹੈ। ਸੂਰ ਤਹਾਂ ਮਾਂਡਤ ਹੈ ਬਿਕਰਾਰ, ਭਯੰਕਰ ਜੁਧ ਜਹਾਂ। ਧਾਵਤ ਆਪ ਜੀ ਦੇ ਪਾਵਤ ਹੈ ਕਿ ਧਾਵਤ?
ਹੈਂ ਪੱਪੇ ਨਾਲ ਤਾਂ ਨਹੀਂ ਕਿਸੇ ਦੇ, ਪੱਪੇ ਨਾਲ ਹੈ ਜੀ, ਨਵੀਆਂ ਪੋਥੀਆਂ। ਜੇ ਪੱਪੇ ਨਾਲ ਧੱਦਾ ਕਰ ਦਿਓ। ਧਾਵਤ ਹੈ ਸੁਰਨਾਰ ਸੋ ਸਾਮੈ ਜੁਜਤ ਹੈ, ਦੇਵ ਅਦੇਵ ਗੰਧਰਵ ਸਭੈ ਕਿਰਤ ਸੁਜਤ ਹੈ। ਚੰਚਲਾ ਛੰਦ ਮਾਰਵੇ ਕੋ ਤਾਹੇ ਤਾਕ, ਧਾਏ ਵੀਰ ਸਾਵਧਾਨ, ਹੋਣ ਲੱਗੇ ਜੁਧ ਕੇ ਜਹਾਂ ਤਹਾਂ ਸਭੈ ਵਿਧਾਨ। ਭੀਮ ਭੰਤ ਧਾਏ ਕੈ ਨਿਸੰਕ ਘਾਏ ਕਰਤ ਆਏ, ਜੂਝ ਜੂਝ ਕੈ ਮਰੈ ਸੋ ਦੇਵ ਲੋਕ ਬਸਤ ਜਾਏ। ਤਾਨ ਤਾਨ ਬਾਨ ਕੋ ਅਜਾਨ ਬਾਹ ਧਾਵਹੀਂ, ਜੂਝ ਜੂਝ ਕੈ ਮਰੈ ਅਲੋਕ ਲੋਕ ਪਾਵਹੀਂ। ਰੰਗ ਜੰਗ ਅੰਗ ਨੰਗ ਭੰਗ ਅੰਗ ਹੋਏ ਪਰਤ, ਟੂਕ ਟੂਕ ਹੋਏ ਗਿਰੈ ਸੋ ਦੇਵ ਸੁੰਦਰੀਨ ਵਰਤ। ਟੂਕ ਟੂਕ ਹੋਏ ਗਿਰੈ ਸੋ ਦੇਵ ਸੁੰਦਰੀਨ ਵਰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਜੀ, ਬਹੁਤ ਹੀ ਪ੍ਰਸੰਨਤਾ ਆਪਾਂ ਨੂੰ ਪ੍ਰਾਪਤ ਹੈ। ਆਪ ਸਾਰਿਆਂ ਪ੍ਰੇਮੀਆਂ ਦੇ ਹਿਰਦੇ 'ਚ ਵਿਦਿਤ ਹੋਵੇ। ਸਾਰੇ ਭਾਰਤ ਵਰਸ਼ ਦੇ ਅੰਦਰ ਨਿਰਮਲ ਭੇਖ ਦੇ ਸ਼੍ਰੋਮਣੀ ਸ੍ਰੀ ਮਹੰਤ ਸਾਹਿਬ ਜੀ ਆਪਾਂ ਨੂੰ ਦਿਦਾਰੇ ਬਖਸ਼ੇ ਹਨ। ਪੂਰਵੋਕਤ ਆਪਾਂ ਕਈ ਗੇਰ ਵਿਚਾਰ ਕੀਤੀ ਹੈ। ਮਾਨ ਸਰੋਵਰ ਦੇ ਉੱਤੇ ਹੀ ਹੰਸ ਉਤਰਦੇ ਆ, ਛੱਪੜਾਂ ਤੇ ਕਦੇ ਉਤਰਦੇ ਨਹੀਂ ਦੇਖੇ। ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰੂ ਕੈ ਹੁਕਮ ਆਵੈ। ਇਹ ਮਾਨ ਸਰੋਵਰ ਗੁਰੂ ਨਾਨਕ ਦੇਵ ਸਾਹਿਬ ਜੀ ਰਚਨਾ ਹੈ। ਜੈ ਸਤਿਗੁਰ ਤੇ ਸਤ ਸੰਗਤ ਬਣਾਈ, ਜਿੱਥੇ ਸਤ ਸੰਗਤਾਂ ਸੁਭਾਏਮਾਨ ਹਨ। ਗੁਰੂ ਕੇ ਸਿੱਖ ਹੰਸਾਂ ਦੇ ਤੁਲ ਖਾਲਸਾ ਜੀ। ਜਿਤਨੇ ਗੁਰੂ ਕੇ ਸ਼ਬਦ ਨੇ ਇਹ ਰਤਨ ਹੀਰੇ ਹਨ। ਇਹਨਾਂ ਨੂੰ ਪਹੁੰਚਣ ਵਾਲਾ ਗੁਰੂ ਖਾਲਸਾ ਹੀ ਹੈ। ਬਗਲਾ ਕਾਗ ਨ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਮਾਨ ਸਰੋਵਰ ਤੇ ਨਾ ਬਗਲੇ ਦੇ ਦਰਸ਼ਨ ਹੁੰਦੇ ਆ, ਨਾ ਕਾਂ ਦੇ। ਕਾਂ ਨੇ ਬਿਸ਼ਟਾ ਖਾਣੀ, ਬਗਲਿਆਂ ਨੇ ਡੱਡਾਂ ਚੁਗਣੀਆਂ। ਮਾਨ ਸਰੋਵਰ 'ਚ ਡੱਡਾਂ ਨਹੀਂ ਪ੍ਰਾਪਤ ਹੁੰਦੀਆਂ, ਉੱਥੇ ਹੀਰੇ ਮੋਤੀ ਹਨ। ਐਸੀ ਉਪਮਾ ਗੁਰੂ ਘਰ ਦੇ ਅੰਦਰ ਗੁਰੂ ਕੀ ਸੰਗਤ ਦੀ ਹੈ। ਸੋ ਪ੍ਰੇਮੀਓ, ਅਤਿਅੰਤ ਹੀ ਸਤਿਕਾਰਯੋਗ ਮਹਾਂਪੁਰਖ ਆਪਣੇ ਪਾਤਸ਼ਾਹ ਜੀ ਦਰਸ਼ਨ ਦੇਣ ਵਾਸਤੇ ਆਏ ਹਨ। ਬਹੁਤ ਹੀ ਕਿਰਪਾ ਹੋਈ। ਰੋਮ ਰੋਮ ਕਰਕੇ ਖਾਲਸਾ ਜੀ ਜਿੰਨੇ ਆਪ ਜੀ ਦੇ ਨਾਲ ਸੰਗੀ ਹਨ, ਸੰਤ ਬਲਵੰਤ ਸਿੰਘ ਜੀ ਤਥਾ ਮੈਂ ਸਾਰਿਆਂ ਦੇ ਨਾਮ ਨਹੀਂ ਜਾਣਦਾ ਹਾਂ। ਸਾਰੇ ਜਿਤਨੇ ਖਾਲਸਾ ਜੀ ਪ੍ਰੇਮੀ ਆਏ ਹੈ ਮਹਾਂਪੁਰਖਾਂ ਦੇ ਨਾਲ, ਰੋਮ ਰੋਮ ਕਰਕੇ ਧੰਨਵਾਦ ਹੈ। ਇੱਥੇ ਖਾਲਸੇ ਨੇ ਸਤਿਸੰਗ ਜੀ 10ਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਸੰਗਤਾਂ ਮਨਾ ਰਹੀਆਂ ਹਨ। ਆਪ ਸਤ ਸੰਗਤ ਜੀ ਭਲੀ ਪ੍ਰਕਾਰ ਜਾਣੂ ਹੋ, ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜੇ ਤੁਹਾਨੂੰ ਕੋਈ ਪੁੱਛੇ ਕਿ ਤੁਹਾਡਾ ਭੇਖ ਕਿਹੜਾ ਹੈ, ਇਹ ਸਾਡਾ ਨਿਰਮਲ ਪੰਥ ਹੈ। ਸਾਡਾ ਸਿਧਾਂਤ ਕੀ ਹੈ? ਸਾਡਾ ਅਦਵੈਤ ਸਿਧਾਂਤ ਹੈ। ਅਦਵੈਤ ਸਿਧਾਂਤ ਜਿਹੜੇ ਧਰਮ ਦਾ ਨਹੀਂ ਹੈ, ਉਹ ਧਰਮ ਹੀ ਨਹੀਂ ਖਾਲਸਾ ਜੀ। ਜੇ ਦਰਿਆਵਤ ਜਾਤੇ ਹੋ ਫਟਕਾ ਨਾ ਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਆਪਾਂ ਅੱਗੇ ਕਈ ਵਾਰ ਵਿਚਾਰ ਕੀਤੀ ਹੈ ਖਾਲਸਾ ਜੀ, ਜਿਹਨੂੰ ਆਪਣੇ ਘਰ ਦਾ ਬੋਧ ਨਹੀਂ, ਜਾਣ ਪਛਾਣ ਨਹੀਂ, ਉਹ ਬੱਚੇ ਨੇ ਕਾਹਨੂੰ ਜਨਮ ਧਾਰਨਾ ਸੀ। ਆਪਾਂ ਇੱਕ ਪਿਤਾ ਇੱਕ ਸਿੱਕੇ ਹਮ ਬਾਰ, ਤੂੰ ਮੇਰਾ ਗੁਰਹਾਈ। ਇੱਕ ਘਰ ਦੇ ਸਤ ਸੰਗੀ ਆਪਾਂ ਬਲ ਕੇ ਹਾਂ। ਆਪਾਂ ਨੂੰ ਪਤਾ ਹੋਣਾ ਚਾਹੀਏ, ਜਿਵੇਂ ਗ੍ਰਸਤੀਆਂ ਨੂੰ ਪਤਾ ਹੁੰਦਾ ਕਿ ਫਲਾਣੇ ਤੋਂ ਮੇਰੀ ਰਿਸ਼ਤੇਦਾਰੀ, ਫਲਾਣੇ ਤੋਂ ਮੇਰੀ ਰਿਸ਼ਤੇਦਾਰੀ। ਸਾਡੀਆਂ ਵੀ ਖਾਲਸਾ ਜੀ ਸ਼ਾਖਾ ਹਨ। ਨਿਰਮਲ ਭੇਖ ਹੈ, ਉਦਾਸੀਨ ਭੇਖ ਹੈ, ਸੰਪਰਦਾਇ ਨਿਹੰਗ ਸਿੰਘਾਂ ਦੀ ਹੈ, ਚੌਥੀ ਪ੍ਰਣਾਲੀ ਗ੍ਰਸਤੀ ਪ੍ਰੇਮੀਆਂ ਦੀ ਹੈ। ਸਾਰੇ ਸਤ ਸੰਗੀ ਸਾਨੂੰ ਬੋਧ ਹੋਣਾ ਚਾਹੀਏ। ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਹੋਏ ਪੈਰੀ ਪਾਏ। ਆਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਗੁਰੂ ਨਾਨਕ ਦੇਵ ਜੀ ਨੇ 10 ਜੋਤਾਂ 'ਚ ਵਰਤ ਕਰਕੇ ਗ੍ਰਸਤ ਨੂੰ ਪ੍ਰਧਾਨਤਾ ਕਿਉਂ ਦਿੱਤੀ ਹੈ ਖਾਲਸਾ ਜੀ? ਗ੍ਰਸਤ ਵਿੱਚ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਭਜਨ ਕਰਨਾ ਬਹੁਤ ਔਖਾ ਹੈ। ਇਸ ਭੇਖੇ ਸਾਵੋ ਗ੍ਰਹੋ ਭਲਾ, ਜਿੱਥੋਂ ਕੋ ਬਰਸਾਏ। ਜੇ ਘਰ ਸਾਧਨਾ ਸੇਵੀ ਹੈ, ਹਰ ਕੀ ਪੂਜਾ ਨਾ ਹੈ, ਤੇ ਘਰ ਮਰ ਹਟ ਸਾਰ ਕੇ ਭੂਤ ਵਸੇ ਤਨਵਾਹੇ। ਇਹ ਗੁਰੂ ਕੀ ਆਗਿਆ ਹੈ। ਜਿਹੜੇ ਘਰ ਦੇ ਵਿੱਚ ਸਾਧੂ ਆਏ ਦੀ ਸੇਵਾ ਨਹੀਂ ਨਾ ਹੈ, ਉਹ ਮੜੀਆਂ ਦੇ ਤੁਲ ਘਰ ਹੈ, ਬਸਣ ਵਾਲੇ ਭੂਤ ਨੇ ਹਨ। ਇਸ ਕਰਕੇ ਗਰੀਬ ਤੋਂ ਗਰੀਬ ਭਾਵੇਂ ਕੋਈ ਗ੍ਰਸਤੀ ਹੋਵੇ, ਉਹ ਤਾਂ ਮੰਗਤੇ ਨੂੰ ਦਰ ਤੋਂ ਨਹੀਂ ਮੋੜਦਾ, ਸਾਧੂ ਨੂੰ ਕਿਵੇਂ ਮੋੜੇਗਾ? ਇਸੇ ਕਰਕੇ ਗੁਰਸਿੱਖੋ, ਬ੍ਰਖਤ ਸਾਧੂ ਨੇ ਜਿਹੜੇ, ਉਹਨਾਂ ਨੂੰ ਪਤਾ ਹੈ ਕਿ ਅਕਾਲ ਪੁਰਖ ਅੰਤਰਜਾਮੀ ਨੇ ਸਾਡੇ ਵਾਸਤੇ ਭੋਜਨ ਵੀ ਰੱਖਿਆ, ਸਾਡੇ ਵਾਸਤੇ ਵਸਤਰ ਵੀ ਰੱਖੇ। ਉਹ ਕਹਿੰਦੇ ਮਾਇਆ ਕਰਨੀ ਕੀ ਹੈ,
ਸੋ ਖਾਲਸਾ ਜੀ ਐਸੇ ਸਾਧੂ ਦੁਰਲਭ ਹਨ। ਬਾਬਾ ਨਿੱਕਾ ਸਿੰਘ ਜੀ ਜੈਸੇ ਮਹਾਂਪੁਰਖ ਇੱਥੇ ਹੀ ਦਰਸ਼ਨ ਹੋਏ 1956 ਚ। ਕਹਿੰਦੇ ਭਜੰਗੀਆ ਜੇ ਪੜ੍ਹਨਾ ਇਸ ਵੇਲੇ ਟਕਸਾਲ ਆ ਜਿਹੜੀ ਮਹਾਂਪੁਰਖਾਂ ਦੀ ਪੰਜਾਬ ਵਿੱਚ ਪਿੰਡਾਂ ਵਾਲੇ ਕਰਕੇ ਵਿਚਰਦੇ ਨੇ, ਤੂੰ ਉੱਥੇ ਚਲਿਆ ਜਾ ਮੈਨੂੰ ਕਹਿੰਦੇ। ਮੈਂ ਕਿਹਾ ਮਹਾਰਾਜ ਤੁਸੀਂ ਕਿਰਪਾ ਕਰੋ। ਕਹਿੰਦੇ ਤੁਹਾਡੀ ਖੁਸ਼ੀ ਹੈ ਪਰ ਮੈਂ ਤਾਂ ਕੱਲਾ ਹੀ ਰਹਿੰਦਾ, ਵੇਲੇ ਕਵੇਲੇ ਕਿੱਧਰ ਵਿਚਰਦਾ। ਨਾਲ ਸਾਥੀ ਕੌਣ? ਨਿਹੰਗ ਸਿੰਘ ਈਸ਼ਰ ਸਿੰਘ ਤਲਵੰਡੀ ਤੋਂ। ਉਹ ਪਾਠ ਕਰਿਆ ਕਰਨ, ਉਹ ਕਥਾ ਕਰਿਆ ਕਰਨ ਹੈਦਰਾਬਾਦ। ਲੋਕ ਹੈਰਾਨ ਬਈ ਪੜ੍ਹਨ ਵਾਲਾ ਬਾਣੀ ਨਿਹੰਗ ਸਿੰਘ ਤੇ ਕਥਾ ਕਰਨ ਵਾਲਾ ਸਾਧੂ ਕਖਾਏ ਬਸਤਰ। ਇਉਂ ਨਹੀਂ ਪਤਾ ਕਿ ਫੁਲਵਾੜੀ ਦੇ ਅੰਦਰ ਇੱਕ ਰੰਗ ਦੇ ਫੁੱਲ ਨਹੀਂ ਹੁੰਦੇ। ਇਹ ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਹੈ। ਇੱਥੇ ਰੰਗ ਜਿੱਥੇ ਸਰੀਰ ਦੇ ਹਨ ਉੱਥੇ ਮਨਾਂ ਦੇ ਵੀ ਹਨ। ਖਾਲਸਾ ਜੀ ਕਿੰਨਾ ਪ੍ਰੇਮੀਆਂ ਦੇ ਅੰਦਰ ਵਿਛੋੜੇ ਦਾ ਦੁੱਖ ਹੈ। ਵਾਹਿਗੁਰੂ ਮਾਨਸ ਦੇਈ ਮਿਲੀ ਹੈ, ਬਲਾਪ ਹੋ ਜੂ ਕਿਤੇ। ਵਿਛੋੜੇ ਵਾਲੇ ਦਾ ਰੰਗ ਕਾਲਾ ਹੁੰਦਾ ਹੈ, ਬਰਾਗਮਾਨ ਦਾ ਰੰਗ ਪੀਲਾ ਹੁੰਦਾ ਹੈ, ਪ੍ਰੇਮੀ ਦਾ ਰੰਗ ਮੇਰਾ ਮਨ ਸਾਧ ਜਨਾ ਮਿਲ ਹਰਿਆ ਉਹਦਾ ਹਰਾ ਹੁੰਦਾ ਹੈ। ਮਨ ਦੇ ਰੰਗ ਵੀ ਹਨ, ਆ ਤਨ ਦੇ ਤਾਂ ਆਪਾਂ ਪਹਿਲਾਂ ਹੀ ਬੈਠੇ ਹਾਂ। ਇਸ ਕਰਕੇ ਇਹ ਨਾ ਸਮਝ ਲਿਓ ਕਿ ਇਹ ਕੋਈ ਹੋਰ ਨੇ, ਉਹ ਕੋਈ ਹੋਰ ਨੇ। ਲੋਕ ਜ਼ਰੂਰ ਦੰਗ ਹੋਣਗੇ ਕਿ ਹੈ ਇੱਕ ਸੰਗਤ 'ਚ ਬੈਠੇ ਇੱਕੇ ਮਹਾਰਾਜ ਗੁਰੂ ਨਾਨਕ ਦੇਵ ਦੇ ਉਪਾਸਕ, ਪਰ ਰੰਗ ਰੰਗ ਅਨੰਤ ਤਰ੍ਹਾਂ ਦੇ ਰੰਗ ਹਨ। ਲੇਕਿਨ ਇਹਨਾਂ 'ਚੋਂ ਸਤ ਸੰਗਤ ਜੀ ਜਿਵੇਂ ਫੁੱਲਾਂ 'ਚੋਂ ਸੁਗੰਧੀ ਇੱਕ ਤਰ੍ਹਾਂ ਦੀ ਹੈ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਦੇ ਘਰ ਵਿੱਚ ਭਉ ਭਗਤੀ ਦੀ ਸੁਗੰਧੀ ਖਾਲਸਾ ਜੀ ਇੱਕੋ ਜਿਹੀ ਹੈ। ਸੋ ਪ੍ਰੇਮੀਓ ਕਿੱਥੇ ਤੱਕ ਵਿਸਥਾਰਨਾ ਆਪਾਂ ਵਿਚਾਰੀਏ। ਬਹੁਤ ਹੀ ਕਿਰਪਾ ਹੋਈ। ਅੱਜ 10ਵੇਂ ਪਾਤਸ਼ਾਹ ਦੀ ਬਾਣੀ ਨੂੰ ਇਹ ਲੋਕਾਂ ਨੇ ਖਾਲਸਾ ਜੀ ਨਿੰਦਣਾ ਸ਼ੁਰੂ ਕਰ ਦਿੱਤਾ ਹੈ। ਉਹ ਦਿਨ ਦੂਰ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਵੀ ਹਮਲੇ ਕਰਨਗੇ। ਇਸ ਕਰਕੇ ਅੱਜ ਐਸਾ ਤਕਰੀਬਨ 1920-25 ਤੋਂ ਐਸਾ ਗਲਤ ਪ੍ਰਚਾਰ ਹੋ ਰਿਹਾ ਹੈ ਕਿ ਕ੍ਰਿਸ਼ਨ ਰਾਮਚੰਦਰ ਆਦਿ ਉਹ ਮਨ ਵਿੱਚ ਦ੍ਰਿੜ ਕਰਾਏ ਗਏ ਕਿ ਹਿੰਦੂਆਂ ਦੇ ਅਵਤਾਰ ਹਨ। ਇਉਂ ਨਹੀਂ ਪਤਾ ਸਤਜੁਗ ਤਾਂ ਮਾਣਿਓ, ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੇ ਮਾਣਿਓ, ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਰਤਾਰ ਸਕੀਓ, ਉਗਰ ਥੈਨ ਕੋ ਰਾਜ ਭੈ ਭਗਤਾ ਜੰਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਆਪ ਚਾਲੇ ਟਲ ਆਦ ਪੁਰਖ ਫਰਮਾਇਓ। ਦੱਸੋ ਕਿੱਥੇ ਦੁਆਇਤ ਰਹੇਗੀ ਖਾਲਸਾ ਜੀ। ਧੰਨ ਧੰਨ ਮਾਤਾ ਦੇਵਕੀ ਜੈ ਗ੍ਰਹਿ ਰਵਈਆ ਕਮਲਾਪਤੀ, ਧੰਨ ਧੰਨ ਬੰਦਖੰਡ ਪਿੰਡਰਾ ਬਨਾ ਜੈ ਖੇਲੇ ਸ੍ਰੀ ਨਾਰਾਇਣ। ਖਾਲਸਾ ਜੀ ਇਸ ਘਰ ਵਿੱਚ ਦੁਆਇਤ ਨਹੀਂ ਹੈ। ਅਸੀਂ ਦੁਆਇਤ ਨੇ ਤੇ ਫੁੱਟ ਨੇ ਪੱਟ ਕੇ ਸੁਰੱਖ ਦਿੱਤੇ। ਅੱਜ ਜੇ ਸਾਨੂੰ ਕਿਤੇ ਤੀਰਥਾਂ ਤੇ ਜਾਈਏ ਜੇ ਆਸਰਾ ਹੈ ਤਾਂ ਖਾਲਸਾ ਜੀ ਉੱਥੇ ਸਾਡੇ ਜਿੱਥੇ ਜਿੱਥੇ ਗੁਰੂ ਮਹਾਰਾਜ ਪ੍ਰਕਾਸ਼ ਨੇ ਕੀ ਉਹ ਸਾਡਾ ਘਰ ਨਹੀਂ ਹੈ। ਇੱਥੇ ਪ੍ਰਚਾਰ ਕੀਤਾ ਜਾਂਦਾ ਹਿੰਦੂਆਂ ਦੇ ਤੀਰਥਾਂ ਨੇ ਜਾਣਾ। ਅੱਜ ਜੇ ਦੇਖੀਏ ਹਿੰਦੁਸਤਾਨ ਦੇ ਉੱਤੇ ਬੜੇ ਵੱਡੇ ਜੋੜ ਮੇਲੇ ਕੁੰਭ ਸਦਾਉਂਦੇ ਹਨ। ਤੁਸੀਂ ਹੈਰਾਨ ਹੋ ਜਾਓਗੇ ਉੱਥੇ ਸਾਡਾ ਅੱਧ ਹੈ, ਉਦਾਸੀਨ ਭੇਖ ਸਾਡਾ ਹੈ, ਨਿਰਮਲ ਭੇਖ ਸਾਡਾ ਹੈ। ਜੇ ਅਸੀਂ ਨਹੀਂ ਉੱਥੇ ਜਾਵਾਂਗੇ ਕੌਣ ਖਾਲਸਾ ਜੀ ਉੱਥੇ ਸਿਆਹੀਆਂ ਕੱਢੇਗਾ। ਭਾਵੇਂ ਸੰਨਿਆਸੀ ਵਿਰਾਗੀ ਗੌਰਮੈਂਟ ਵੱਲੋਂ ਰਜਿਸਟਰ ਸਾਧ ਸੰਗਤ ਜੀ ਇਹ ਨਿਯਮ ਹਨ, ਲੇਕਿਨ ਅਸੀਂ ਉੱਥੇ ਖਾਲਸਾ ਜੀ ਅੱਧ ਦੇ ਮਾਲਕ ਹਾਂ। ਉੱਥੇ ਕੋਈ ਧਰਮ ਦੇ ਪ੍ਰਚਾਰ ਨੂੰ ਰੋਕਦਾ ਨਹੀਂ ਹੈ। ਐਵੇਂ ਕਿਸੇ ਸਿਰ ਦੋਸ਼ ਲਾਈ ਜਾਈਏ, ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ। ਸਾਰੇ ਹਿੰਦੁਸਤਾਨ ਦੇ ਅੰਦਰ ਆਪ ਸੱਚੇ ਪਾਤਸ਼ਾਹ ਨੇ 6 ਬਖਸ਼ੀਸ਼ਾਂ ਉਦਾਸੀਆਂ ਨੂੰ ਬਖਸ਼ੀਆਂ। ਭਗਵਾਨ ਗਿਰ ਸਾਧੂ ਹੋਇਆ ਸੰਨਿਆਸੀ। 387 ਗਦੀਆਂ ਹਿੰਦੁਸਤਾਨ 'ਚ ਜਿੱਥੇ ਮਹਾਰਾਜ ਪ੍ਰਕਾਸ਼ ਹੁੰਦਾ ਰਿਹਾ। ਬੜਾ ਪ੍ਰਚਾਰ ਕੀਤਾ 7ਵੇਂ ਪਾਤਸ਼ਾਹ ਦਾ ਸੇਵਕ ਬਣ ਕੇ ਭਗਵਾਨ ਗਿਰ ਨੇ। ਇਸੇ ਤਰ੍ਹਾਂ ਗੁਰਸਿੱਖੋ ਕੀ ਰਾਮੇਸ਼ਵਰਮ ਤੱਕ ਇੱਧਰ ਕਿੱਥੇ ਖਾਲਸਾ ਜੀ ਰਸ਼ੀਆ ਤੱਕ ਥਾਂ ਥਾਂ ਤੇ ਜਿਹਨੂੰ ਬਲੈਕ ਸੀ ਕਹਿੰਦੇ ਐ ਉਹਦੇ ਕਿਨਾਰੇ ਤੇ ਇੱਕ ਬੜਾ ਭਾਰੀ ਸ਼ਹਿਰ ਹੈ। ਉੱਥੇ ਅੱਜ ਵੀ ਅੱਜ ਤੱਕ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ ਜਿੱਥੇ ਜਿੱਥੇ ਆਪ ਜੀ ਨੇ ਚਰਨ ਪਾਏ। ਇਸ ਕਰਕੇ ਗੁਰਸਿੱਖੋ ਬਹੁਤ ਹੀ ਤੁਹਾਡਾ ਲੰਮਾ ਦਾਇਰਾ ਹੈ। ਕਿਉਂ ਦੁਆਸ਼ ਭਾਵ ਨਹੀਂ ਹੈ। ਹੋਰਾਂ ਧਰਮਾਂ ਦੇ ਨਾਲ ਸਾਡਾ ਵਰਤ ਵਰਤਾਰਾ ਹੈ। ਅਸੀਂ ਆਪ ਦੇ ਧਰਮ 'ਚ ਪ੍ਰਪੱਕ ਹਾਂ ਔਰ ਦੂਸਰਿਆਂ ਦਾ ਭਲਾ ਰੋਚਦੇ ਹਾਂ। ਜੇ ਵਿਰੋਧੀ ਹੈ ਤਾਂ ਖਾਲਸਾ ਪਖੰਡ ਦਾ ਵਿਰੋਧੀ ਹੈ। ਥਾਂ ਥਾਂ ਤੇ ਪਖੰਡ ਹੈ ਜਿਹੜਾ ਇਹ ਸਾਰਿਆਂ ਧਰਮਾਂ ਨੂੰ ਸੱਚ ਨਹੀਂ ਘੁਣੇ ਦੀ ਨਿਆਈ ਬੋਧੇ ਕਰ ਰਿਹਾ ਹੈ। ਅੱਜ ਕਲਯੁਗ ਦਾ ਸਮਾਂ ਐਸੇ ਜਿਹੜੇ ਜੋੜ ਮੇਲੇ ਮਨਾ ਰਹੇ ਹੈ। ਕਿਉਂ ਕਿ ਅਸੀਂ ਭਰਾ ਜਿੱਥੇ ਜਿੱਥੇ ਕਿਤੇ ਪਰਾਰਬਧ ਅਨੁਸਾਰ ਟਿਕ ਰਹੇ ਹਾਂ ਵਿਛੜੇ ਹੋਏ ਆਪਸ ਵਿੱਚ ਹੀ ਮਿਲ ਜਾਈਏ।
ਆ ਸਮਾਜ ਦੇ ਅੰਦਰ ਸਾਉਣ ਦੇ ਮਹੀਨੇ ਨਗਰਾਂ ਦੇ ਵਿੱਚ ਕਹਿੰਦੇ ਤੀਆਂ ਦਾ ਤਿਉਹਾਰ ਆਉਂਦਾ। ਉਹ ਕਿਉਂ ਆਉਂਦਾ ਹੈ? ਜਿਹੜੀਆਂ ਬੀਬੀਆਂ ਪੇਕੇ ਘਰ ਤੋਂ ਵਿਛੜੀਆਂ ਹੋਈਆਂ ਉਹਨਾਂ ਨੂੰ ਸੱਤ ਦੀ ਸਮਾਂ ਮਿਲਦਾ ਆਪਸ ਵਿੱਚ ਮਿਲਣ ਦਾ। ਇਸੇ ਤਰ੍ਹਾਂ ਹਾਂ ਬਲਿਹਾਰੀ ਤਿੰਨਾਂ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਕਰਨ ਦੇ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦੇ ਹਾਂ, ਪ੍ਰੇਮਾ ਧਾਰ ਕੇ ਐਸੇ ਗੁਰਪੁਰਬ ਮਨਾਉਂਦੇ। ਉੱਥੇ ਸੱਸ ਦੀ ਇਕੱਤਰਤਾ ਹੁੰਦੀ, ਪਰਸਪਰ ਪਿਆਰ ਵੱਧਦਾ ਹੈ। ਸੋ ਪ੍ਰੇਮੀਓ, ਬਹੁਤ ਹੀ ਕਿੱਥੇ ਤੱਕ ਮੈਂ ਹਿਰਦੇ ਭਾਵਨਾ ਧਾਰ ਕੇ ਕਹਾਂ, ਸਤਿਗੁਰੂ ਜੀ ਕਿਰਪਾ ਕਰਨ, ਨਿਰਮਲ ਭੇਖ ਚੜ੍ਹਦੀਆਂ ਕਲਾਂ 'ਚ ਰਹੇ। ਖਿਮਾ ਕਰਨੀ ਮਾਇਆ ਦੀ ਕੋਈ ਕਮੀ ਨਹੀਂ, ਕਰੋੜਾਂ ਦੀ ਜਾਇਦਾਦ ਸਾਡੀ ਰੁਲਦੀ ਹੈ, ਨਵਾਂ ਸਾਧੂ ਨਹੀਂ ਖਾਲਸਾ ਜੀ ਬਰਕਤ ਬਣ ਰਿਹਾ ਕੋਈ। ਸਾਰਿਆਂ ਨੇ ਮਾਇਆ ਨੂੰ ਸਤਿਸੰਗ ਸੁਗੰਜੇ ਚ ਲਿਆ ਹੋਇਆ ਹੈ, ਲੇਕਿਨ ਜੇ ਕਰਕੇ ਬਰਕਤੀ ਸਤਿਸੰਗ ਗੁਰਮੁਖ ਕੋਈ ਧਾਰਨ, ਉਸ ਭੇਖ ਦੀ ਚੜ੍ਹਦੀ ਕਲਾ ਹੁੰਦੀ ਹੈ। ਭੁੱਲਾਂ ਚੁੱਕਾਂ ਮਾਫ ਕਰਨੀਆਂ। ਇਸ ਵੇਲੇ ਸਤਿਸੰਗ ਮਾਨਯੋਗ ਸ੍ਰੀ ਮਹੰਤ ਸਾਹਿਬ ਜੀ ਆਪਾਂ ਨੂੰ ਪ੍ਰਵਚਨ ਸੁਣਾਉਣਗੇ। ਆਪ ਸਾਰੇ ਭਾਵਨਾ ਨਾਲ ਸਤਿਸੰਗ ਜੀ ਇਹਨਾਂ ਦੇ ਪਾਸੋਂ ਸੁਣੋ। स्वस्ति श्री गुरु नानको विजयते वंदे गुरु नानकम गोप्यो हम श्री गुरु नानकेन सततम श्री नानकाय नमः। नान्यो में श्री गुरु नानकाद गुरुवरात् श्री नानकस्यास्म्यहम् दासः सद्गुरु नानके मम रतिस्त्रायस्व मां नानकः। यो वन्द्यः खलु पापनाशन परो ध्येयो जनैः सर्वदा श्लाघ्यो वै भुवि पण्डितैः सुखदो धीदोषः धर्मदः। भगतानामपि वाञ्छितादिफलदः श्रद्धावतां धीमतां वन्दे तं श्रीगुरुनानकादिरचितं ग्रन्थसाहवं पावनम्। स्वदेशजातैर्हितमादिसद्भिर्कथं विधेयं चरितं निजस्य प्रादर्शितद्येन महात्मना तं श्रीगुरु गोविन्दसिंहं गुरुमाश्रयामः। श्रीगुरु गोविन्दसिंहं गुरुमाश्रयामः। दंडोतवंदन अनकबार सर्वकला समर्थ डोलन ते राखो प्रभु नानक दे कर हथ। दसों पातशाहियों का साक्षात स्वरूप श्री गुरु ग्रंथ साहिब जी महाराज, दसम पिता श्री गुरु गोबिंद सिंह जी महाराज दे मुख तो उच्चरित दसम ग्रंथ, उस दी आप सब संध्या यानी जी महाराज दे मुखार बिंदु कर रहे हूँ। गुरु प्यारी साध संगत फतेह सांझी करो। वाहेगुरु जी का खालसा, वाहेगुरु जी की फतेह। बड़ भागे हूँ जो 300 साला गुरता गद्दी ते दशमेश पिता श्री गुरु गोबिंद सिंह जी महाराज दे ज्योति ज्योति समान अपना ज्योति ज्योत समाने दे उपलक्ष्य दे विच दसम दी संध्या ज्ञानी दसम आत्मबोध संध्या ज्ञानी जी महाराज दे मुखार बिंदु श्रवण कर रहे हूँ। आज मेरा ये मैं सौभाग्यशाली अपने नूं समझदा हाँ कि अपनी जिंदगी दे विच मैं ये पहला दसम बोध समागम इस दे मैं दर्शन कर रहा हाँ। और ज्ञानी जी महाराज दी बड़ी कृपा कि अज दे युग दे विच
जिस दी परम आवश्यकता है। जिस दसम दे बारे जो स्वयं श्री गुरु गोबिंद सिंह जी महाराज दे मुखार बिन चो उच्चरित उन्हां दी बाणी जदों कि आपां गुरुआं नूं मनदे हां तां गुरुआं दी बाणी नूं नहीं मन रहे, क्योंकि बाणी गुरु है बाणी बिच बाणी अमृत सारे। गुरुआं नूं तां आपां मनदे हां पर बाणी नूं नहीं मन रहे। जब बाणी नूं नहीं मनदे तां गुरुआं नूं भी आपां किस रूप दे विच मन रहे हैं, इसदा आपां इसदा सही अर्थ समझ दे विच नहीं आंदा। जब स्वयं श्री गुरु गोबिंद सिंह जी महाराज ने दसम का उच्चारण किया, जो सारे वेदां शास्त्रां पुराणां दा जिस दे विच सार अज दे युग दे विच सारे दुनिया दे विच जो कोई महापुरुष है, अवतार है, उन्हां दे प्रति उन्हां दे अनुयायियां दी गीता शास्त्र दे विच जो है कितनी निष्ठा है। असी जदों पंच श्लोकी गीता पंच श्लोकी भागवत उन्हां दे पंच श्लोकां तो जो है एक गीता दा महान ग्रंथ बन सकता है। उहदे विच जदों उन्हां दे अनुयायियां दी इन्नी निष्ठा है तो जो स्वयं श्री गुरु गोबिंद सिंह जी महाराज ने जिसका उच्चारण किया, अज असी जिस तरह के ज्ञानी जी दस रहे सीगे कि उस ते टीका टिप्पण हो रहे हैं, ये बड़ा अफसोस और खेद का विषय है। इस दे बारे मैं किते गलत ना कह बैठा। पिछले साल जदों दुबई तो किसी सिंह ने दरबार साहब दे हरिमंदिर साहब अमृतसर नूं जथेदार साहब नूं एक पत्र लिखा। उस वेले संत बाबा हरनाम सिंह जी भी और मुख विद्वान उथे उस वेले मौजूद सी। अकाल तख्त तो उसका कोई उत्तर नहीं दिता जा सका, जदों कि सारे संप्रदाय सारियां टकसालां ये चाहदियां सी कि अकाल तख्त तो ऐसा उत्तर देना चाहिए है। पर जिस विषय ते स्वयं अकाल तख्त मौन हो जावे, साड़ी सिरमौर संस्था ओ मुख स्थान यदि चुप रह जाता नहीं बोलता तो होर दूसरा कोई की कह सकता है। साढ़े ज्ञानी जी उस वेले नहीं सी, संत बाबा हरनाम सिंह जी सी, होर निहंग जथेबंदियां सारियां दे मैं समझदा नुमाइंदे उत्थे पहुंचे सी। पुरजोर कोशिश करके जथेदार साहब नूं कहा गया कि इसदा उत्तर देना चाहिए, पर उसका कोई उत्तर नहीं। जदों साड़ी मुख संस्था अकाल तख्त इस बारे चुप हो जाती है तो दसो असी कुछ ऐसे टीका टिप्पण नहीं करना चाहते, परंतु साढ़े ज्ञानी जी अथवा एहो जे विद्वान इस प्रशंसनीय हैं जो दसम की संख्या करा करके और इस बारे जिन्नी अभी निहंग जथेबंदियां ने वो बधाई दे पात्र ने, क्योंकि दसम की संख्या ते दसम का प्रकाश जो परंपरा तो पहले तो हुंदा आया है, उस इन्हां परंपरा नूं ये संप्रदाय निभांदी आ रही ने। दमदमी टकसाल दा असी बहुत बहुत धन्यवाद करते हैं, क्योंकि मैं ना कहा अधिक ना दमदमी साहब दमदमी टकसाल जो श्री गुरु गोबिंद सिंह जी महाराज तो स्वयं बरसाई हुई उन्होंने चलाई, क्योंकि जदों के सिंह ने महाराज तो प्रार्थना की थी, श्री गुरु ग्रंथ साहब जी महाराज का भी अर्थबोध
उन्होंने करा करके संध्या के रूप दे विच भाई मनी सिंह जी, संत बाबा दीप सिंह जी वो परंपरा नूं अगे बढ़ाते हुए ये सारिया टकसालां चल रही ने और दमदमी टकसाल भिंडरां वाली इस परंपरा का पूरा निर्वहन कर रही है और साड़ियां निहंग जथेबंदियां उस परंपरा का पूरी तरह से पालन कर रही हैं। पर किते किते पिछे एक समागम होया सी 400 सालों तो बाद कुछ निहंग जथेबंदियां मैं समझदा विधि चंदी महापुरुषों ने कोई किसी स्थान से किया सी, उसे सिंह साहब ने जथेदार साहब ने या उतों कुछ होर अपना जथेदारा ने कहा कि दसम दा प्रकाश नहीं होवेगा असी उदों आवांगे। खेद का विषय है यदि साढ़े सिंह साहिबान तख्तां दे सिंह साहिबान ये कहन कि जिथे दसम का प्रकाश ना होवेगा उत्थे असी आवांगे। ये महान 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 खेद का विषय है। इस करके दसम नूं जो नहीं मनदा वो दसमेश पिता नूं नहीं मनदा, ये मेरा विश्वास है। मैं अगे तो सारे मैं इस करके आप एक होर मैं अर्ज कर देवां, मैं इस करके स्टेजां ते बोलना बंद कर दिता है कि जिथे सिंह साहिबान जथेदार साहिब भी हों मैं अपने जवान नूं जो मैनूं सही लगता है वो मैं बोल के हटदा हाँ। कई स्टेजां ते पंजाब दे विच जदों कि ये संक्रांतां दा और गुरपर्वां दा विषय चलिया असी पुरजोर सारे संत महापुरुष इकट्ठे होकर के कहते रहे कि असी प्राचीन परंपरा नूं मनण वाले हैं, असी गुरुआं नूं मनण वाले हैं, असी उन्हां मर्यादा का पूरी तरह से पालन करांगे, निर्वहन करांगे। उसी परंपरा का साढ़े ज्ञानी जी बहुत इन्हां दी कृपा ते मैनूं भी अज इस मौके ते आकर के आप सारियां दे दर्शन करन दा मौका मिला। वाहिगुरु जी का खालसा, वाहिगुरु जी की फतेह। कोई त्रुटि हो गई होवे क्योंकि हो सकता है कोई साथ परमेश्वर कोई नहीं है, अपनी गल यदि कोई एहो जिहा शब्द निकलिया होवे क्षमा दा याचक हां। गुरु कृपा करे सानू भी असी इस जीवन दे विच विधि विधान पूर्वक असी संध्या नहीं कर सके हाँ, क्षमा दे याचक हैं। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। सत श्री अकाल। सतसंगी प्रेमियों, महापुरखों तो वचन सुन ही रहे हैं आप जी ने कि किस प्रकार इन्होंने रवैया बदलिया होया है। खालसा जी जे कोई दुखी होवे, जे धी दुखी होवे मां दे गल लग के रोंदी है, जे पुत्र दुखी होवे तो पिता दे गल लग के रोंदा है। अज आ जिहड़ी संगत है अपना सारिਆਂ दे माता पिता रूप है। ये प्रतੱਖ समझ लेना सारिਆਂ तख्तां दी पदवी इक्को ਜਿਹੀ ਆ, ਕੱਲੀ अकाल तख्त दी नहीं। अज अकाल तख्त ते 10 गुरु ग्रंथ साहब प्रकाश हुंदे रहे, नाल ही केसगढ़ प्रकाश हुंदे रहे। अज संत नार सिंह जी आए सी, उन्हां दे हुंदियां इत्थे दमदमे साहिब सजादपुरी सरदारां दा पहरा सी कि स्टेट दे विच ही दमदमा साहिब उस वेले उत्थे भी 10वां दा प्रकाश हुंदा रहा। इन्हां लोकां ने खालसा जी की गरदानिया कि हिंदुआं दी बाणी लिखी हुई है इहदे अंदर, चारे वेद होए सचियार, पढ़े गुणे तन चार विचार, भाओ भत कर नीत सदाए, कहो नानक मोख अंतर पाए। सो खालसा जी संख ग्रंथ मुख वेद पाठ किथे सत्संग छुटोगे। ये द्वैतवादियों ने ऐसी बदबू फैला दी, सारी दुनिया भुजे दाने वांगू तड़फा के रख दी है। सो प्रेमियों, अज सारे धर्मां दे अंदर किसी ने ग्रंथ नूं गुरु नहीं मन्निया अपने घर तो बिना। नाल ही सूझवान व्यक्ति सारे जानते हैं कि लिपि की है कि शब्द की है। लिपि साडी कमजोरी नूं देख के महाराज जी ने गुरमुखी अखर बना के अंकित कर दिते गुरु ग्रंथ साहिब दे अंदर। सो बाणी गुरु है। बाणी गुरु किहदी है? थोड़े पास दो वस्तुआं ने, कदे कोई भुलिया होया नहीं। एक तन है, एक मन है सतूर। तन दा गुरु खालसा है,
ਰਹਿਤ ਬਹਿਤ ਜੈ ਪੰਚੋ ਮਿਲੈ, ਮਮ ਸਰੂਪ ਤੈ ਜਾਨੋ ਭਲੈ। ਚਮਕੌਰ ਦੀ ਗੜੀ ਚ ਆਪ ਜੀ ਨੇ ਖਾਲਸੇ ਨੂੰ ਗੁਰਤਾ ਗੱਦੀ ਦਿੱਤੀ ਕਿ ਨਹੀਂ? ਕੋਈ ਭੁੱਲੇ ਹੋਈ ਬਾਤ ਹੈ? ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ ਤਾਂ ਗੁਰਬਾਣੀ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਗੁਰਬਾਣੀ ਹੈ ਉਹ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਬਾਣੀ ਨਹੀਂ, ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੰਨੀ ਹੈ। ਜੇ ਕੋਈ ਪੁੱਛੇ ਕਿ ਕੀ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਗੁਰੂ ਵਿੱਚ ਜਿਹੜੀ ਗੁਰਬਾਣੀ ਉਹ ਗੁਰੂ ਹੈ। ਇਸ ਕਰਕੇ ਖਾਲਸਾ ਜੀ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਉੱਥੇ ਸਰੀਰ ਤਾਂ ਨਹੀਂ ਚੇਲਾ ਲਿਖਿਆ। ਮਨ ਦਾ ਗੁਰੂ ਸ਼ਬਦ ਹੈ, ਤਨ ਦਾ ਗੁਰੂ ਖਾਲਸਾ ਹੈ। ਇਸ ਕਰਕੇ ਮਹਾਰਾਜ ਨੇ ਸਰਗੁਣ ਦੀ ਉਪਾਸਨਾ ਔਰ ਨਿਰਾਕਾਰ ਦੀ ਉਪਾਸਨਾ ਸਾਂਝੀ ਕਰ ਦਿੱਤੀ ਹੋਈ ਹੈ। ਕਿਉਂ? ਦੋ ਹੀ ਉਪਾਸਨਾ ਹਨ। ਹੋਰ ਵੀ ਵਿਦਵਾਨਾਂ ਨੇ ਅਹੰਗ੍ਰਹਿ ਉਪਾਸਨਾ, ਲੈ ਚੰਤਰ ਉਪਾਸਨਾ ਵਿਦਵਾਨਾਂ ਦੀਆਂ ਬੜੀਆਂ ਕਾਢਾਂ ਹਨ, ਲੇਕਿਨ ਸਥੂਲ ਰੂਪ ਕਰਕੇ ਖਾਲਸਾ ਜੀ, ਖਾਲਸਾ ਸਰਗੁਣ ਰੂਪ ਦਾ ਜਿਹੜਾ ਉਪਾਸਕ ਹੈ ਉਹਨੂੰ ਪਰਮੇਸ਼ਰ ਸਰਗੁਣ ਸਰੂਪ ਧਾਰ ਕੇ ਦਰਸ਼ਨ ਦਿੰਦਾ। ਜਿਹੜਾ ਨਿਰਾਕਾਰ ਦਾ ਖਾਲਸਾ ਉਪਾਸਕ ਹੈ ਉਹਨੂੰ ਭਾਈ ਨਿਰਾਕਾਰ ਦੇ ਅੰਦਰ ਲੈ ਚਿੰਤਨ ਦੁਆਰਾ ਆਪਣੇ ਸਰੂਪ ਵਿੱਚ ਸਤ ਸੰਗੀ ਬ੍ਰਹਮ ਵੇਤਾ ਲੀਨ ਹੋ ਜਾਂਦਾ। ਸੋ ਬਾਤ ਵਿਵਾਦ ਨਹੀਂ ਹੈ। ਸੋ ਗੁਰਸਿੱਖੋ ਉਪਾਸਨਾ ਕਾਂਡ ਦੀ ਵਿਆਖਿਆ ਵੱਖਰੀ ਔਰ ਗਿਆਨ ਕਾਂਡ ਦੀ ਜਿਹੜੀ ਵਿਆਖਿਆ ਵੱਖਰੀ। ਜੇ ਦੋਨਾਂ ਨੂੰ ਲੜਾ ਦਈਏ ਤਾਂ ਕੁਝ ਪੱਲੇ ਨਹੀਂ ਪੈਂਦਾ ਹੈ, ਬਿਲਕੁਲ ਆਪਸ ਵਿੱਚ ਹੀ ਵਿਪਰਜੇ ਹਨ। ਸੋ ਸਾਧ ਸੰਗਤ ਜੀ, ਇਸ ਕਰਕੇ ਆਪ ਜੀ ਦੇ ਹਿਰਦੇ 'ਚ ਵਿਦਤ ਹੋਵੇ, ਦੋ ਵਿਦਿਆਲੇ ਸੰਸਕ੍ਰਿਤ ਦੇ ਆਪਣੇ ਘਰ ਦੇ ਕਾਂਸ਼ੀ ਵਿੱਚ ਚੱਲਦੇ ਹਨ। ਇਵੇਂ ਜਿਵੇਂ ਹਰਿਦੁਆਰ ਕਦੇ ਕੋਈ ਪੰਜਾਬ ਤੋਂ ਸਿੱਖਾਂ ਦਾ ਮੁੰਡਾ ਪੜ੍ਹਨ ਗਿਆ ਹੈ, ਭਾਸ਼ਾ ਦੇ ਨਾਲ ਵੀ ਦੁਆਇਸ਼ ਹੈ। ਮੁਸਲਮਾਨਾਂ ਦਾ ਰਾਜ ਰਿਹਾ, ਅਸੀਂ ਫਾਰਸੀ ਪੜ੍ਹੀ, ਅਸੀਂ ਉਰਦੂ ਪੜ੍ਹਿਆ, ਅੰਗਰੇਜ਼ ਆਏ, ਅੱਜ ਬੱਚਿਆਂ ਨੂੰ ਕਹਿੰਦੇ ਨਹੀਂ ਜੀ ਸਰਦਾ ਨਹੀਂ ਸਾਡਾ ਅੰਗਰੇਜ਼ੀ ਬਿਨਾਂ। ਪੜ੍ਹਾਉਂਦੇ ਕਿ ਨਹੀਂ? ਕਿ ਸੰਸਕ੍ਰਿਤ ਸਾਡੇ ਦੰਦੀ ਵੜਦੀ? ਸਾਡੀ ਸਾਥੋਂ ਦੀ ਪ੍ਰਾਤਨ ਭਾਸ਼ਾ ਹੈ। ਬਿਹਾਰ ਜਾਈਏ, ਇਹ ਨਿਰਮਲ ਭੇਖ ਸਾਡੇ ਵਿਦਵਾਨਾਂ ਦੀ ਪ੍ਰਣਾਲੀ ਹੈ। ਵਾਹਿਗੁਰੂ ਕਿਰਪਾ ਕਰੇ, ਅਸੀਂ ਮੂਰਖ ਠੂਠ ਨਹੀਂ ਹਾਂ। ਦੋ ਸਿੱਖੀਆਂ ਗੁਰੂ ਨਾਨਕ ਦੇਵ ਦੇ ਘਰ ਵਿੱਚ ਹਨ, ਇੱਕ ਸਿਦਕ ਦੀ, ਇੱਕ ਪ੍ਰੇਮ ਦੀ। ਆਦਿ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਹੈ, ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੇੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ। ਆ ਖਾਲਸਾ ਤਿਆਰ ਬਰ ਤਿਆਰ ਚੁੰਮ ਦੂਗਾ ਕਿਸੇ ਦੇ ਪੈਰ। ਜਿਹੜਾ ਮੁੱਕੀ ਮਾਰੂ, ਦੇਖ ਤਾਂ ਕਹੀ ਮਾਰਦਾ ਕੋਈ ਮੁੱਕੀ। ਇਹ ਸਿੱਖਿਆ ਇਹ ਜਿਹੜੇ ਸ਼ਿਸ਼ੋਭਤ ਨੇ ਸਾਧੂ ਆਪਣੇ ਸਤ ਸੰਗਤ ਜੀ, ਪ੍ਰੇਮ ਦੀ ਲਗਨ ਚ ਵਿਰਕਤ ਮਹਾਤਮਾ, ਹਰ ਵੇਲੇ ਸਿਮਰਨ ਦਾ ਆਨੰਦ ਮਾਣਨ ਵਾਲੇ, ਉਹਨਾਂ ਨੂੰ ਸਤ ਸੰਗਤ ਜੀ ਇਹ ਸਿੱਖਿਆ ਹੈ। ਇਸ ਕਰਕੇ ਪ੍ਰੇਮ ਦੀ ਸਿੱਖਿਆ ਵੱਖਰੀ ਔਰ ਸਿਦਕ ਦੀ ਸਿੱਖੀ ਵੱਖਰੀ ਹੈ। ਸੋ ਆਪਸ ਵਿੱਚ ਇਹ ਦੋ ਸਿੱਖੀਆਂ ਗੁਰੂ ਨਾਨਕ ਦੇਵ ਦੇ ਘਰ ਵਿੱਚ ਪ੍ਰਮਾਣਿਤ ਹਨ। ਸਾਰੀ ਦੁਨੀਆ ਦੇ ਉੱਤੇ ਰਿਤੇ ਗਿਆਨਾਂ ਨਾ ਮੋਕਸ਼, ਇਹ ਢੰਡੋਰਾ ਤੇ ਗਿਆਨ ਤੋਂ ਬਿਨਾਂ ਕਦੇ ਮੋਕਸ਼ ਨਹੀਂ ਹੈ। ਲੇਕਿਨ ਤੁਹਾਡੇ ਘਰ ਵਿੱਚ ਖਾਲਸਾ ਜੀ ਬਿਨਾਂ ਗਿਆਨ ਤੋਂ ਮੋਕਸ਼, ਧਰਮ ਹਿਤ ਜੂਝ ਕੇ ਸੂਰਮਾ ਸਤ ਸੰਗਤ ਜੀ, ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ ਖੇਤ। ਧਰਮ ਹਿਤ ਜਮੈ ਜਾਇਦਾਦ ਪਿੱਛੇ ਜੂਝੇ ਨਾ, ਉਹ ਸ਼ਹੀਦ ਨਹੀਂ ਹੈ। ਨਹੀਂ ਤਾਂ ਜੱਟ ਵੀ ਲੜ ਲੜ ਮਰਦੇ ਨੇ ਖੱਤਿਆਂ ਦੀਆਂ ਮੇਰਾਂ ਪਿੱਛੇ। ਸੀਮਾ ਦੇ ਉੱਤੇ, ਦੇਸ਼ਾਂ ਦੇ ਉੱਤੇ ਬੜੇ ਸੂਰਮੇ ਲੜਦੇ। ਸੂਰਮਾ ਉਹ ਪਛਾਣਿਓ ਜਿਹੜਾ ਸਤ ਸੰਗਤ ਧਰਮ ਹਿਤ ਜੂਝਦਾ ਹੈ, ਉਹ ਮੋਕਸ਼ ਨੂੰ ਪ੍ਰਾਪਤ ਹੁੰਦਾ। ਉੱਥੇ ਗਿਆਨ ਦੀ ਲੋੜ ਨਹੀਂ। ਲੇਕਿਨ ਗੁਰੂ ਨਾਨਕ ਦੇਵ ਜੀ ਨੇ ਸਾਡੇ ਦੋਨੇ ਹੱਥੀਂ ਸਤ ਸੰਗਤ ਲੱਡੂ ਪਕੜਾਏ। ਜਿੰਨਾ ਚਿਰ ਸ਼ਾਂਤਮਈ ਵਾਤਾਵਰਨ ਹੈ, ਸਾਧੂਆਂ ਦੀ ਸੰਗਤ ਕਰਨੀ, ਧਰਮ ਦੀ ਕਿਰਤ ਕਰਕੇ ਸਤ ਸੰਗਤ ਜੀ ਵੰਡ ਛਕਣਾ ਔਰ ਸੰਗਤ ਦੇ ਮੁਖ ਵਿੱਚ ਪਾ ਕੇ ਪ੍ਰਸੰਨਤਾ ਪ੍ਰਾਪਤ ਕਰਨੀ ਔਰ ਗੁਰਬਾਣੀ ਦਾ ਰਸ ਮਾਨਣਾ ਸਾਰੀ ਜ਼ਿੰਦਗੀ। ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਜੇ ਸੰਕਟ ਦਾ ਸਮਾਂ ਆ ਗਿਆ, ਕੋਈ ਮਦੇਸ਼ਾਂ ਦੀ ਸਤ ਸੰਗਤ ਵਧੀਕੀ ਹੋਈ ਤਾਂ ਧਰਮ ਦੇ ਯੋਧੇ ਸਤ ਸੰਗਤ ਸ਼ਹੀਦੀਆਂ ਪਾ ਜਾਣੀਆਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਜੀ ਤੁਹਾਡੇ ਅੰਗ ਸੰਗ ਹਨ। ਐਸੀ ਗੁਰੂ ਨਾਨਕ ਦੇਵ ਜੀ ਦੀ ਸਤ ਸੰਗਤ ਮਹਿਮਾ। ਇਸ ਕਰਕੇ ਪ੍ਰੇਮੀਓ, ਕਦੇ ਵੀ ਤੇੜ ਨਹੀਂ ਪਾਉਣੀ। ਜਿਹੜੇ ਤਖਤਾਂ ਦੇ ਅੱਜ ਕੱਲ੍ਹ ਸਤ ਸੰਗਤ ਅਸੀਂ ਰੱਖੇ ਹੋਏ ਜਥੇਦਾਰ, ਉਹ ਤਨਖਾਹਾਂ ਲੈਂਦੇ ਮਾਇਆ ਦੇ ਦੀਨ ਹਨ ਝੇਪ ਦੇ ਵਿੱਚ। ਐਡੀ ਵੱਡੀ ਅੰਮ੍ਰਿਤਮਈ ਬਾਣੀ ਤੋਂ ਸੰਕੋਚ ਕਰਨਾ, ਕੀ ਕਹੀਏ ਖਾਲਸਾ ਜੀ ਕਿਸੇ ਨੂੰ। ਇਸ ਕਰਕੇ ਗੁਰਸਿੱਖੋ, ਜਿਉਂ-ਜਿਉਂ ਕਲਯੁਗ ਦਾ ਸਮਾਂ ਆ ਰਿਹਾ ਹੈ, ਇਹ ਠੀਕ ਆ ਧਰਮਸ਼ੀਲ ਹੁੰਦੇ ਜਾਣਗੇ। ਵਾਹਿਗੁਰੂ ਕਿਰਪਾ ਕਰੇ, ਜਿੰਨਾ ਚਿਰ ਭਾਈ ਆਪਣੀ ਜ਼ਿੰਦਗੀ ਵਾਹਿਗੁਰੂ ਨੇ ਕਲਯੁਗ ਦੇ ਅੰਦਰ ਬਖਸ਼ੀ ਹੈ। ਕਲਯੁਗ ਉਧਾਰਿਆ ਗੁਰਦੇਵ, ਮਲ ਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ। ਐਸ ਘਰ ਵਿੱਚ ਸਤ ਸੰਗਤ ਜਿਨ੍ਹਾਂ ਗੁਰਮੁਖਾਂ ਨੇ ਜਨਮ ਧਾਰ ਲਿਆ, ਜਨਮਾਂ ਜਨਮਾਂ ਦੇ ਉਹਨਾਂ ਦੇ ਪੁੰਨ ਹਨ, ਇਕੱਠੇ ਹੋ ਕੇ ਅਭਿਮੁਖ ਹੋ ਕੇ ਫਲ ਦੇ ਰਹੇ ਹਨ।
ਸੋ ਸਾਧ ਸੰਗਤ ਜੀ ਹਮੇਸ਼ਾ ਵਾਸਤੇ ਸੰਗਿਆ ਕਰਕੇ ਲੈਨੇ ਆ। ਪ੍ਰਾਗ ਇਤਿਹਾਸ ਤੀਰਥ ਕਲਗੀਧਰ ਪਾਤਸ਼ਾਹ ਨੇ ਕੀ ਕਿਹਾ, ਗੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਵੈਨੀ ਭਏ, ਪੁੰਨ ਦਾਨ ਤਨ ਕਰਤ ਬਤਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਕੀ ਉਹ ਪਵਿੱਤਰ ਭੂਮੀਆਂ ਅਸੀਂ ਉਹਨਾਂ ਨੂੰ ਆਪ ਦੀ ਮਾਨਸਦੇਹੀ ਤੋਂ ਪਰੇ ਰੱਖ ਲਈਏ ਖਾਲਸਾ ਜੀ, ਜਿੱਥੇ 9-9 10-10 ਮਹੀਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਰਹਿ ਕੇ ਭਜਨ ਸਵਨ ਕੀਤਾ ਹੋਏ, ਆ ਸਾਧੂਆਂ ਨੂੰ ਉਪਦੇਸ਼ ਦਿੱਤੇ ਹੋਣ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚਖੰਡ ਤੋਂ ਆ ਕੇ ਮਾਤਾ ਜੀ ਦੇ ਉਦਰ ਵਿੱਚ ਪ੍ਰਵੇਸ਼ ਹੋ ਕੇ ਪਰਨੇ ਸਾਹਿਬ ਉਤਾਰ ਧਾਰਿਆ ਹੋਵੇ। ਐਸੀਆਂ ਭੂਮੀਆਂ ਤੇ ਜਿੱਥੇ ਜਿੱਥੇ ਵੀ ਭਾਵੇਂ ਉਦਾਸੀਨ ਭੇਖ ਦੇ ਸਾਧੂ ਪਹਿਰਾ ਦਿੰਦੇ, ਭਾਵੇਂ ਨਿਰਮਲ ਭੇਖ ਦੇ ਸਾਧੂ ਦਿੰਦੇ, ਉਹ ਸਾਡੇ ਪੂਜਣੇ ਯੋਗ। ਨਾਲ ਹੀ ਸਾਧ ਸੰਗਤ ਜੀ ਸਾਡਾ ਜੀਵਨ ਸਫਲਾ। ਸੋ ਯਾਤਰਾ ਕਰਨੀ ਵੀ ਅਵਸ਼ ਹੈ। ਨਾਲੇ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਿਧਾਂਤ ਹੈ ਉਹ ਕਿੱਥੇ ਕਿੱਥੇ ਹਿੰਦੁਸਤਾਨ ਦੇ ਅੰਦਰ ਫੈਲ ਰਿਹਾ ਹੈ। ਸੋ ਪ੍ਰੇਮੀਓ, ਇਤਨੇ ਬਚਨ ਕਹਿੰਦਾ ਮੈਂ ਖਿਮਾ ਦਾ ਜਾਚਕ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਜਿਹੜੀ ਮਹਿਮਾ ਉਹ ਬੇਅੰਤ ਹੈ। ਪੰਛੀ ਉਡਾਰੀਆਂ ਲਾ ਲਵੇ ਆਕਾਸ਼ ਦੀਆਂ, ਆਨੰਦ ਲੈ ਸਕਦਾ ਹੈ ਹਵਾ ਦੇ ਅੰਦਰ, ਲੇਕਿਨ ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਗੁਰੂ ਨਾਨਕ ਦੇਵ ਜੀ ਦੇ ਘਰ ਦੀ ਮਹਿਮਾ ਜਿਹੜੀ ਹੈ, ਅੱਜ ਆਪਾਂ ਗੁਰਬਾਣੀ ਦੇ ਆਸਰੇ ਹਾਂ। ਜੇ ਗੁਰਬਾਣੀ ਤੇ ਕਿੰਤੂ ਕਰਨ ਲੱਗ ਗਏ, ਸਾਡੇ ਪੱਲੇ ਕੀ ਆ, ਪੱਟੇ ਜਾਵਾਂਗੇ ਖਾਲਸਾ ਜੀ। ਇਸ ਕਰਕੇ ਗੁਰਸਿੱਖੋ, ਮਨ ਹਰਾਮੀ ਹੁਜਤਾ ਢੇਰ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਪ੍ਰਕਾਸ਼ ਨਹੀਂ ਹੋਣਾ ਚਾਹੀਦਾ। ਸਵੇਰੇ ਵੀ ਬੇਨਤੀ ਕੀਤੀ ਸੀ, ਇੱਕ ਮੁੰਡੇ ਨੂੰ ਕੋਈ ਵਿਆਹਣ ਤੋਰਦਾ, ਨਾਲ ਸਵਾਲੇ ਨੂੰ ਤੋਰ ਦਿੰਦੇ। ਹੋਰ ਜੇ ਕੋਈ ਸਾਧੂ ਸੰਤ, ਕੋਈ ਜਥੇਦਾਰ, ਕੋਈ ਵਜ਼ੀਰ ਬਣਦਾ ਹੈ, ਉਹਦੇ ਨਾਲ 20 ਮਗਨ ਮਗਰ ਤੁਰੇ ਫਿਰਦੇ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ 10ਵੇਂ ਪਾਤਸ਼ਾਹ ਦੀ ਬਾਣੀ ਪ੍ਰਕਾਸ਼ ਨਹੀਂ ਹੋ ਸਕਦੀ। ਕੀ ਸਰਬਲੋ ਪ੍ਰਕਾਸ਼ ਨਹੀਂ ਹੋ ਸਕਦਾ? ਸਰਬਲੋ ਤੋਂ ਬਿਨਾਂ ਸਾਡੇ ਕੋਲੇ ਕੋਈ ਸਬੂਤ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਹੈ। ਸਰਬਲੋ ਦੇ ਅੰਦਰ ਮਹਾਰਾਜ ਪਾਤਸ਼ਾਹ ਨੇ ਫਰਮਾਇਆ, ਆਪਨ ਪੌਥਰੀ ਖਾਲਸੇ ਸੰਪਾ, ਦੁਤੀ ਰੂਪ ਸਤਿਗੁਰੂ ਗ੍ਰੰਥਾ, ਬੋਲਨ ਸਤਿਗੁਰ ਸ਼ਬਦ ਸੰਭਾਖਣ, ਗੁਣਨਵਾਦ ਕੀਰਤਨ ਸੰਠਾ, ਪ੍ਰਤਕਸ਼ ਕਲਾ ਪਾਰ ਬ੍ਰਹਮ ਤਨੀਛੈ, ਗ੍ਰੰਥ ਪੰਥ ਖਾਲਸ ਵਰਤੰਤਾ, ਦਾਸ ਗੋਬਿੰਦ ਫਤਿਹ ਸਤਿਗੁਰ ਕੀ, ਖਾਸ ਗ੍ਰੰਥ ਗੁਰੂ ਰੂਪ ਬਦੰਤਾ। ਐਸੇ ਜਿਹੜੇ ਬਚਨ ਨੇ, ਅੱਜ ਉਹਨਾਂ ਸ਼ਾਸਤਰਾਂ ਨੂੰ ਸਾਧ ਸੰਗਤ ਜੀ ਇਹਨਾਂ ਨੇ ਪਿੱਠ ਦੇ ਕਰਕੇ ਕਿਹਾ ਕਿ ਨਹੀਂ, ਇਹ ਤਾਂ ਸਾਨੂੰ ਸਵੀਕਾਰ ਨਹੀਂ ਹਨ। ਸਾਧ ਸੰਗਤ ਜੀ ਇਹਨੂੰ ਕਹਿੰਦੇ ਮਲੇਛਤਾਈ। ਮਲੇਛ ਖਾਲਸੇ ਦੀ ਮਹਾਰਾਜ ਨੇ ਕਦੇ ਵੀ ਸਾਧ ਸੰਗਤ ਜੀ ਬੌੜੀ ਨਹੀਂ ਕਰਨੀ, ਨਾ ਹੀ ਇਹਦੇ ਤੇ ਇਤਵਾਰ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਨਾਨਕ ਸੱਚ ਸੁਚ ਪਾਈਐ ਤੇ ਸੰਤਨ ਕੇ ਪਾਸ। ਐਸ ਗੁਰੂ ਘਰ ਦੇ ਅੰਦਰ ਸੱਚ ਹੈ ਤੇ ਸੁਚਮ ਹੈ। ਅੱਖੀਂ ਦੇਖ ਲਓ, ਅੱਜ ਝੂਠ ਤੇ ਝੂਠ ਦਾ ਵਰਤਾਰਾ ਹੈ। ਥਾਂ ਥਾਂ ਝੂਠ ਬੋਲਣਾ, ਨਾਲ ਹੀ ਝੂਠ ਖਾਣੀ ਇੱਕ ਦੂਜੇ ਦੀ। ਹੌਲੀ ਹੌਲੀ ਅਸੀਂ ਸੱਚ ਨਹੀਂ ਬਦਲਦੇ ਜਾ ਰਹੇ, ਉਹਨੇ ਦੁਖੀ ਅਦਕ ਹੋ ਰਹੇ। ਇਸ ਕਰਕੇ ਗੁਰਸਿੱਖੋ, ਇਹ ਸੱਚਖੰਡ ਤੋਂ ਬਾਣੀ ਸ਼ਬਦ ਰੂਪ ਹੋ ਕਰਕੇ ਉਤਰੀ ਹੈ। ਇਹਦਾ ਰੰਗ ਰੂਪ ਕੋਈ ਨਹੀਂ। ਬ੍ਰਹਮ ਵੀ ਨਿਰਾਕਾਰ ਹੈ, ਸ਼ਬਦ ਵੀ ਨਿਰਾਕਾਰ ਹੈ। ਔਰ ਜੇ ਕਿਸੇ ਪ੍ਰੇਮੀ ਦੇ ਅੰਦਰ ਭਾਵਨਾ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦਰਸ਼ਨ ਦਿਓ, ਉਹ ਸਾਕਾਰ ਰੂਪ ਹੋ ਕਰਕੇ ਦਰਸ਼ਨ ਵੀ ਦਿੰਦੇ। ਸੋ ਐਸੀ ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਮਹਿਮਾ ਹੈ। ਸੋ ਪ੍ਰੇਮੀਓ, ਵਾਹਿਗੁਰੂ ਕਿਰਪਾ ਕਰੇ, ਇਹ ਜਿਹੜੀ ਆਪਾਂ ਬਾਣੀ ਵਿਚਾਰ ਰਹੇ ਹਾਂ, ਇਹ ਨਿਰਵਿਘਨਤਾ ਸਹਿਤ ਆਪਾਂ ਸਾਰੀ ਨੂੰ ਵਿਚਾਰੀਏ ਔਰ ਪੂਰੀ ਭਾਵਨਾ ਰੱਖੀਏ, ਜਿਸ ਕਰਕੇ ਆਪਣਾ ਜਨਮ ਸਫਲਾ ਹੋਵੇ। ਔਰ ਸੰਤ ਮਹਾਂਪੁਰਖਾਂ ਨੇ ਪ੍ਰਵਚਨ ਸੁਣਾਏ, ਮਹਾਰਾਜ ਨੇ ਬਹੁਤ ਹੀ ਕਿਰਪਾ ਕੀਤੀ। ਇਸ ਕਰਕੇ ਗੁਰਸਿੱਖੋ, ਆਪ ਸਾਰੇ ਸਤਸੰਗੀ ਨਾਲ ਹਨ ਮਹਾਂਪੁਰਖਾਂ ਦੇ, ਸਾਰਿਆਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਇੱਥੇ ਹੀ ਵਿਸਰਾਮ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਮਾਨ ਜੀ ਮਹੰਤ ਸਾਹਿਬ ਜੀ ਆਏ ਆ, ਜੀ ਆਇਆਂ ਨੂੰ। ਹੁਣ ਮਹਾਂਪੁਰਖ ਸੰਤ ਬਾਬਾ ਇੰਦਰਜੀਤ ਸਿੰਘ ਜੀ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨਗੇ। ਬਾਬਾ ਜੀ ਦੀ ਬੇਨਤੀ ਹੈ ਬਖਸ਼ਿਸ਼ ਪ੍ਰਾਪਤ ਕਰਨ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੈਕਟਰੀ ਸਾਹਿਬ ਜੀ ਬਾਬਾ ਬਲਵੰਤ ਸਿੰਘ ਜੀ, ਉਹ ਵੀ ਮਹਾਂਪੁਰਸ਼ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ। ਬੋਲੇ ਸੋ ਨਿਹਾਲ। ਜਿੰਨੇ ਵੀ ਮਹਾਂਪੁਰਖਾਂ ਦੇ ਨਾਲ ਮਹਾਂਪੁਰਸ਼ ਪਹੁੰਚੇ ਹੈ, ਖਾਲਸਾ ਜੀ, ਆ ਮਹਾਂਪੁਰਖ ਸੰਤ ਬਾਬਾ ਬਲਵੰਤ ਸਿੰਘ ਜੀ, ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਰਤਨ ਸਿੰਘ ਜੀ ਦੇ ਸ਼ਿਸ਼ ਹਨ। ਮੇਰੇ ਦਿਲ ਤੋਂ ਕਦੇ ਭੁੱਲਦਾ ਨਹੀਂ। ਮਹਾਂਪੁਰਖਾਂ ਦੇ ਅੰਦਰ ਇੰਨੀ ਨਿਮਰਤਾ ਸੀ
ਬਰਸਾਲਪੁਰ ਜਨਮ ਭੂਮੀ ਸੀ ਉਹਨਾਂ ਦੀ। ਹਰ ਸਾਲ ਉਹ ਆਉਂਦੇ, ਸਿੰਘਾਂ ਦੇ ਪਾਸ ਉਹਨਾਂ ਦੇ ਆਸਣ, ਸਿੰਘ ਨਹਾਉਣ ਚਲੇ ਗਏ। ਕਥਾ ਚੱਲ ਰਹੀ ਸੀ ਉਸ ਨਗਰ ਵਿੱਚ। ਜਦੋਂ ਨਹਾਉਣ ਚਲੇ ਗਏ, ਆਪ ਸੰਤ ਮਹਾਂਪੁਰਖਾਂ ਰਤਨ ਸਿੰਘ ਜੀ ਨੇ ਸਾਰੇ ਸਿੰਘਾਂ ਦੇ ਜੋੜੇ ਚੱਕ ਕੇ ਸਿਰ ਤੇ ਤਾਲੂਏ ਤੇ ਘਸਾ ਲਏ। ਜਦੋਂ ਆਏ ਕਹਿੰਦੇ ਵੀ ਪਾਲਿਸ਼ ਕੌਣ ਕਰ ਗਿਆ ਜੋੜਿਆਂ ਨੂੰ ਸਵੇਰੇ ਸਵੇਰੇ। ਜਦ ਤੱਕਿਆ ਪਤਾ ਲੱਗਿਆ ਕਿ ਤਾਂ ਮਹਾਂਪੁਰਖਾਂ ਨੇ ਸਿੰਘਾਂ ਦੀ ਧੂੜੀ ਆਪਣੇ ਸੀਸ ਤੇ ਪਾਈ ਹੈ। ਇੰਨੀ ਨਿਰਮਾਣਤਾ ਖਾਲਸਾ ਜੀ ਉਹਨਾਂ ਮਹਾਂਪੁਰਖਾਂ ਦੇ ਸ਼ਿਸ਼ ਹਨ। ਰੋਂ ਰੋਂ ਕਰਕੇ ਧੰਨਵਾਦ ਹੈ। ਇਸ ਵੇਲੇ ਸਾਰੀ ਜ਼ਿੰਮੇਵਾਰੀ ਨਿਰਮਲ ਭੇਖ ਦੀ। ਉੱਥੇ ਜਿਤਨੇ ਸਤ ਸੰਗ ਜੀ ਪ੍ਰਵਿਰਤੀ ਦੇ ਵਿਹਾਰ ਹਨ, ਮਹਾਂਪੁਰਖਾਂ ਦੇ ਨਾਲ ਸਹਿਯੋਗੀ ਹੋ ਕੇ ਖਾਲਸਾ ਜੀ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਐਸੇ ਵਿਅਕਤੀ ਮਹਾਰਾਜ ਕਿਰਪਾ ਕਰੇ। ਨਿਤ ਨਿਤ ਜਨਮ ਸਤ ਸੰਗਤ ਜੀ ਪੰਥ ਦੇ ਅੰਦਰ ਧਾਰਨ ਆਉਣਾ ਉਹਨਾਂ ਦਾ ਸਫਰਾ ਹੈ ਜਿਹੜੇ ਪਰਉਪਕਾਰੀ ਹੁੰਦੇ ਹੈ। ਪਰਉਪਕਾਰ ਤੋਂ ਬਿਨਾਂ ਸਤ ਸੰਗਤ ਜੀ ਜਿਹੜਾ ਜੀਵਨ ਹੈ ਇਹ ਤਰਕਾਰ ਹੈ। ਅੱਗੇ ਸਤ ਸੰਗਤ ਜੀ ਆਪਾਂ ਮਹਾਂਪੁਰਖਾਂ ਨੂੰ ਸਿਰ ਪਾਉ ਦਈਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿਕਾਰਯੋਗ ਬਾਬਾ ਜੀ ਨੂੰ, ਮਹਾਂਪੁਰਖਾਂ ਨੂੰ ਜੀਉ ਆਇਆ। ਦਮਦਮੀ ਟਕਸਾਲ ਦੇ ਮੁਖੀ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਸਮੂਹ ਜਥੇਬੰਦੀਆਂ ਨਿਹੰਗ ਸਿੰਘ, ਕਾਰ ਸੇਵਾ ਵਾਲੇ ਮਹਾਂਪੁਰਖ, ਸਾਰੀਆਂ ਸਿੱਖ ਸੰਪਰਦਾਵਾਂ ਵੱਲੋਂ ਜੀਉ ਆਇਆਂ ਨੂੰ। ਜਿੰਨੇ ਕਦਮ ਚੱਲ ਕੇ ਆਏ ਸਾਡੇ ਸੀਸ ਤੇ, ਇਸੇ ਤਰ੍ਹਾਂ ਹੀ ਮਹਾਂਪੁਰਖ ਨਿਵਾਜਦੇ ਰਹਿਣ। ਫਿਰ ਦੁਬਾਰਾ ਅਰਦਾਸ ਮਹਾਂਪੁਰਖਾਂ ਨੂੰ ਜੀਉ ਆਇਆਂ ਕਹਿੰਦਾ ਹੈ। ਇੰਨੀਆਂ ਬੇਨਤੀਆਂ ਕਰਦੇ ਹੋ ਖਿਮਤ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਜੀ ਟਕਸਾਲ ਬਾਰੇ ਆਪ ਨੂੰ ਵਿਦਿਤ ਹੋਵੇ ਕਿ ਟਕਸਾਲ ਕੀ ਵਸਤੂ ਹੈ। ਅੰਬਾਂ ਦੇ ਬਿਰਛ ਤਾਂ ਆਪਾਂ ਸਾਰੇ ਹੀ ਦੇਖਦੇ, ਪਰ ਦੋ ਤਰ੍ਹਾਂ ਦੇ ਆਮ ਸਥੂਲ ਰੂਪ ਕਰਕੇ ਦੇਖਦੇ। ਇੱਕ ਦੇਸੀ ਅੰਬ ਹਨ, ਇੱਕ ਕਲਮੀ ਅੰਬ ਹਨ। ਲੇਕਿਨ ਇਹ ਪਤਾ ਹੈ ਕਿ ਕਲਮੀ ਅੰਬ ਦੀ ਜੜ ਥੱਲਿਓਂ ਹੋਰ ਕਿਸੇ ਅੰਬ ਦੀ ਹੁੰਦੀ ਹੈ, ਉਤਲੀ ਹੋਰ ਹੁੰਦੀ ਹੈ। ਇਹ ਜਿਹੜੀ ਟਕਸਾਲ ਹੈ ਇਹ ਥੱਲਿਓਂ ਸਤ ਸੰਗਤ ਜੀ ਨਿਰਮਲ ਭੇਖ ਹੈ, ਉੱਤੋਂ ਸਤ ਸੰਗਤ ਜੀ ਨਿਰਮਲ ਨਿਹੰਗ ਸਿੰਘ ਭੇਖ ਹੈ। ਇਹ ਦੋਨੋਂ ਭੇਖਾਂ ਨੇ ਸਮਿਲਿਤ ਹੋ ਕੇ ਪਰਸਪਰ ਪਿਆਰ ਦੇ ਨਾਲ ਇਹ ਟਕਸਾਲ ਨੂੰ ਸਤ ਸੰਗਤ ਜੀ ਸੁਸ਼ੋਭਿਤ ਕੀਤਾ ਹੈ। ਇੱਥੇ ਆ ਕਰਕੇ ਵਿਦਿਆਰਥੀ ਸਾਰਿਆਂ ਪਾਸਿਓਂ ਸਤ ਸੰਗਤ ਜੀ ਵਿਦਿਆ ਅਧਿਐਨ ਕਰਦੇ। ਪਰ ਅੱਜ ਐਸਾ ਸਮਾਂ ਹੈ ਜਿਤਨੇ ਵਿਦਿਆਰਥੀ ਪੜ੍ਹਦੇ ਉਹਨਾਂ ਦੀ ਰੁਚੀ ਮਾਇਕੀ ਰਚਨਾ ਵਿੱਚ ਹੈ। ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਇਹ ਸਾਰੇ ਸਾਧੂ ਬਿਰਤੀ ਵਾਲੇ ਬਣ ਜਾਣ ਔਰ ਗੁਰਬਾਣੀ ਵਿੱਚ ਇਹਨਾਂ ਦੀ ਬਿਰਤੀ ਲੱਗੇ। ਕਬੀਰ ਸਾਹਿਬ ਨੇ ਕਿਹਾ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ, ਤ੍ਰਿਗ ਤ੍ਰਿਗ ਮਤ ਬੁੱਧ ਫੰਨੀ, ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬੰਦੇ ਆਪ ਬਚਨੀ। हे ਮਹਾਰਾਜ ਇਹ ਮਾਇਆ ਦਾਸੀ ਆ ਨਾ ਪਰਮੇਸ਼ਰ ਦੀ, ਮਾਇਆ ਜੀਵ ਦੀ ਨਹੀਂ ਈਸ਼ਰ ਦੀ ਹੈ। ਇਹਨੂੰ ਮਹਾਰਾਜ ਬੰਨ ਕੇ ਰੱਖਿਓ, ਸਾਡੇ ਚੱਕ ਨਾ ਵੱਢ ਦੇਵੇ ਕਿਤੇ। ਐਸੀ ਬਿਰਤੀ ਵਾਲੇ ਜੇ ਕਿਤੇ ਬਿਹੰਗਮ ਪ੍ਰਗਟ ਹੋ ਜਾਣ, ਖਾਲਸੇ ਦੀਆਂ ਸਤ ਸੰਗਤ ਫੇਰ ਚੜ੍ਹਦੀਆਂ ਕਲਾ ਹਨ। ਸੇ ਜਿਤਨੀ ਟਕਸਾਲ ਹੈ ਇਹ ਕਿਵੇਂ ਪ੍ਰਫੁੱਲਤ ਹੋਵੇਗੀ ਖਾਲਸਾ ਜੀ ਜੇ ਤੁਸੀਂ ਸਾਰੇ ਘੁੱਸੜ ਬੁਸੜ ਗਏ ਘਰਾਂ ਦੇ ਵਿੱਚ ਜਾ ਕੇ। ਇਸ ਕਰਕੇ ਮਾਨਸ ਦੇਹੀ ਦੁਰਲੱਭ ਹੈ, ਨਹੀਂ ਮਿਲੇਗੀ। ਗ੍ਰਸਤੀ ਆ 84 ਲੱਖ ਜੂਨ ਦੇ ਜਿੰਨੇ ਜੀਵ ਨੇ ਸਾਰੇ ਗ੍ਰਸਤ ਭੋਗ ਭੋਗ ਕੇ ਥੱਕ ਗਏ। ਤੜਫ ਤੜਫ ਕੇ ਮਾਨਸ ਜੂਨੀ ਨੂੰ ਉਡੀਕਦੇ ਨੇ ਕਿ ਕਦੋਂ ਆਵੇ। ਤਨ ਚੇਤਨ ਚੇਤਨ ਹਿੱਤ ਦਿਓ, ਨਾ ਭੋਗਨ ਹਿੱਤ ਗੋਬਿੰਦ ਦਿਓ। ਪਦਾਰਥ ਭੋਗਣ ਵਾਸਤੇ ਸਰੀਰ ਨਹੀਂ ਮਿਲਿਆ ਹੈ, ਪਰਉਪਕਾਰ ਕਰਨ ਵਾਸਤੇ, ਵਾਹਿਗੁਰੂ ਦਾ ਚਿੰਤਨ ਕਰਨ ਵਾਸਤੇ ਮਿਲਿਆ ਹੈ। ਇਹ ਟਕਸਾਲਾਂ ਦੇ ਅੰਦਰ ਜਿੰਨੇ ਉੱਤਮ ਕਰਮਾਂ ਦਾ ਸਦਕਾ ਜਿੰਨੇ ਪ੍ਰੇਮੀ ਹਾਜ਼ਰੀਆਂ ਭਰਦੇ ਹਨ, ਹਾਜ਼ਰੀ ਲਾਉਂਦੇ, ਕਈ ਦਿਨਾਂ ਤੋਂ ਆਪ ਜੀ ਅੰਮ੍ਰਿਤਮਈ ਬਾਣੀ ਦਾ ਰਸ ਮਾਣਦੇ, ਆਪ ਸਾਰੀ ਸੰਗਤ ਦੇ ਆਸਰੇ ਆ ਮੇਰਾ ਬਿਰਧ ਸਰੀਰ ਤੁਸੀਂ ਵੀ ਮਹਾਰਾਜ ਮੇਰੇ ਤੇ ਕਿਰਪਾ ਕਰ ਰਹੇ ਹੋ। ਰੋਂ ਰੋਂ ਕਰਕੇ ਸਾਰੇ ਖਾਲਸੇ ਦਾ ਧੰਨਵਾਦ ਹੈ। ਇੱਕ ਮੱਖੀ ਕਦੇ ਸਹਿਤ ਪੈਦਾ ਨਹੀਂ ਕਰ ਸਕਦੀ। ਜਦੋਂ ਬਹੁਤੀਆਂ ਮੱਖੀਆਂ ਪੈਦਾ ਹੋ ਜਾਂਦੀਆਂ ਮੋਲਕ ਸਹਿਤ ਪੈਦਾ ਕਰ ਲੈਂਦੀਆਂ। ਸਹਿਤ ਭਾਵੇਂ ਅਮੋਲਕ ਹੈ, ਸ਼ੱਕਰ ਖੰਡ ਨਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਬਸੂ ਮਿੱਠੀਆਂ ਰੱਬ ਨਾ ਪੁੱਜਣ ਤੁਧ।
ਜੋ ਪਰਮੇਸ਼ਰ ਦੇ ਸਿਮਰਨ ਦਾ ਗੁਰਬਾਣੀ ਦਾ ਆਨੰਦ ਹੈ ਉਹ ਕੋਈ ਵੀ ਮਿਠਾਸ ਉਹਦੇ ਤੁਲ ਨਹੀਂ ਹੈ ਖਾਲਸਾ ਜੀ। ਇਸ ਕਰਕੇ ਗੁਰਸਿੱਖੋ ਇਹ ਜਿਹੜੀ ਟਕਸਾਲ ਹੈ ਇਹ ਕੋਈ ਇਹ ਨਾ ਸਮਝਿਓ, ਕਈ ਕਹਿਣਗੇ ਟਕਸਾਲ ਦੀ ਮਰਿਆਦਾ ਦੀ ਪੰਥ ਦੀ ਹੋਰ ਹੈ, ਫਿਰ ਪੰਥ ਕੌਣ ਹੋਇਆ ਬਈ? ਇਸ ਕਰਕੇ ਖਾਲਸਾ ਜੀ ਕਲਮੀ ਅੰਬ ਦੀ ਨਿਆਈ ਇਹ ਜਿਹੜੀ ਟਕਸਾਲ ਹੈ ਇਹ ਸਾਰੇ ਸਤਸੰਗੀ ਭੇਖਾਂ ਨੇ ਸਮਿਲਿਤ ਹੋ ਕਰਕੇ ਇਹ ਸੁਸ਼ੋਭਿਤ ਕੀਤੀ ਹੈ। ਇਹਦੇ ਸਾਰੀ ਵਿਦਿਆ ਅਧਿਐਨ ਕਰਾਈ ਜਾਂਦੀ। ਜੋ ਵਿਦਾਂਤ ਸ਼ਾਸਤਰ ਦੇ ਗ੍ਰੰਥ ਸ਼ਾਸਤਰ ਹਨ ਉਹਦੇ ਛੋਟੇ ਛੋਟੇ ਗ੍ਰੰਥ ਸਤਸੰਗੀ ਅਧਿਐਨ ਕਰਾਏ ਜਾਂਦੇ। ਕਿਉਂ? ਵਿਦਾਂਤ ਸ਼ਾਸਤਰ ਪੜ੍ਹੇ ਬਿਨਾਂ ਗੁਰਬਾਣੀ ਦਾ ਭੇਤ ਨਹੀਂ ਖੁੱਲਦਾ ਹੈ। ਇੱਕ ਓੰਕਾਰ ਤੋਂ ਕੌਣ ਭੁੱਲਿਆ ਹੋਇਆ ਹੈ? ਅਰਥ ਕਰੋ ਕਿ ਇੱਕ ਦੇ ਕੀ ਅਰਥ ਨੇ? ਇਹ ਕਹਿੰਦੇ ਜੀ ਇੱਕ ਰੱਬ ਹੈ। ਕੀ ਸਬੂਤ ਹੈ? ਜਿੱਦਣ ਦੇ ਜੰਮਿਆ ਸੂਰਜ ਇੱਕੋ ਹੀ ਦੇਖਿਆ। ਕੀ ਸੂਰਜ ਹੈ? ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ। ਜਿਹੜਾ ਅਦਵੈਤ ਸਰੂਪ ਹੋਵੇ ਖਾਲਸਾ ਜੀ ਉਹ ਇੱਕ ਹੈ। ਇੱਕ ਨਿਰੰਕਾਰ ਤੋਂ ਬਿਨਾਂ ਅਦਵੈਤ ਸਰੂਪ ਕਿਸੇ ਤੇ ਨਹੀਂ ਹੈ। ਦੇਵਤਿਆਂ ਵਿੱਚ ਵੀ ਦੁਆਇਸ਼ ਹੈ, ਕਿਸੇ ਕੋਲੇ ਚਲੇ ਜਾਓ, ਕਿਤੇ ਵੀ ਸਤਸੰਗ ਜੀ ਦੇਖ ਲਓ ਅਦਵੈਤ ਸਰੂਪ। ਫਿਰ ਓੰਕਾਰ ਕਹਿਣ ਦੀ ਕੀ ਲੋੜ ਪਈ? ਅਦਵੈਤ ਸਰੂਪ ਦਾ ਸੰਗ ਸੀ। ਸੰਤ ਵੀ ਹੁੰਦੇ ਐ, ਐਵੇਂ ਕਹਿ ਤਦੇ ਤਾਂ ਨਹੀਂ ਕਹਿੰਦੇ ਵੀ ਸੰਤ ਤੋਂ ਭਾਈ ਰੱਬ ਹਨ, ਕਿ ਉਹਨਾਂ 'ਚ ਦੁਆਇਸ਼ ਨਹੀਂ, ਲੇਕਿਨ ਉਹ ਸਾਰਿਆਂ ਦੇ ਪ੍ਰਕਾਸ਼ਤਾ ਨਹੀਂ ਹਨ। ਉਹ ਨਾਲ ਬ੍ਰਹਮ ਸਾਰਿਆਂ ਦਾ ਪ੍ਰਕਾਸ਼ਤਾ ਵੀ ਹੈ। ਐਸੇ ਗੁਰਸਿੱਖੋ ਜਿਹੜੇ ਉਹ ਗੁਰਬਾਣੀ ਦੇ ਸਿਧਾਂਤ ਵਾਲੇ ਅਰਥ ਨੇ ਉਹਨਾਂ ਨੂੰ ਕਿੱਥੋਂ ਲੱਭਾਂਗੇ ਜਿੰਨਾ ਚਿਰ ਸੰਗਤ ਨਹੀਂ ਕਰਾਂਗੇ, ਜਿੰਨਾ ਚਿਰ ਮਹਾਤਮਾ ਦੀ ਸਤ ਸੰਗਤ ਜੀ ਕਿਰਪਾ ਨਹੀਂ ਹੁੰਦੀ ਉਹਨਾਂ ਚਿਰ ਗੁਰਸਿੱਖੋ ਗੁਰਬਾਣੀ ਦਾ ਬੋਧ ਨਹੀਂ ਹੈ। ਜਿੰਨਾ ਚਿਰ ਗੁਰਬਾਣੀ ਦਾ ਬੋਧ ਨਹੀਂ, ਮਨ ਦੀ ਇਕਾਗਰਤਾ ਵੀ ਉਹਨਾਂ ਚਿਰ ਨਹੀਂ ਹੈ। ਜਿੰਨਾ ਚਿਰ ਵਾਸ਼ਨਾ ਹਨ, ਵਡਿਆਈ ਦੀ ਵਾਸ਼ਨਾ ਹੋਣੀ, ਧਨ ਦੀ ਵਾਸ਼ਨਾ ਹੋਣੀ, ਵਾਸ਼ਨਾ ਤੋਂ ਸੁਤਵਤ ਲੋਕ ਇਛਣਾ ਤੈਨੀ ਬਹੁਤ ਨੇ, ਲੇਕਿਨ ਕਿਸੇ ਦਾ ਹਿਰਦਾ ਵਡਿਆਈ ਤੇ ਧਨ ਦੀ ਵਾਸ਼ਨਾ ਤੋਂ ਖਾਲੀ ਹੈ। ਜਿੰਨਾ ਚਿਰ ਇਹ ਦੋਨੋਂ ਵਾਸ਼ਨਾ ਹਨ, ਅਸੀਂ ਜਨਮ ਵਡਿਆਈ ਕਰਾਉਣ ਵਾਸਤੇ ਨਹੀਂ ਧਾਰਿਆ, ਨਿਰੰਕਾਰ ਦੀ ਵਡਿਆਈ ਕਰਨ ਵਾਸਤੇ ਸਰੀਰ ਧਾਰਿਆ ਹੈ। ਸੋ ਗੁਰਸਿੱਖੋ ਐਸੀਆਂ ਟਕਸਾਨਾਂ ਤੋਂ ਕੁਰਬਾਨ ਜਾਈਏ। ਪਰ ਵਾਹਿਗੁਰੂ ਕਿਰਪਾ ਕਰੇ ਇਹ ਟਕਸਾਨਾਂ ਦੇ ਅੰਦਰ ਵੀ ਈਰਖਾ ਭਾਵਨਾ ਫੁਰੇ, ਇਹ ਸਾਨੂੰ ਸਤਸੰਗ ਜੀ ਬੜਾ ਭਾਰੀ ਨੁਕਸਾਨ ਹੁੰਦਾ ਹੈ। ਬਿਰਛ ਦੇ ਉੱਤੇ ਇੱਕ ਟਹਿਣੀ ਤਾਂ ਨਹੀਂ ਪੈਦਾ ਹੁੰਦੀ। ਇੱਕ ਬਿਰਛ ਅੰਬ ਦਾ ਹੈ, ਕਿੰਨੀਆਂ ਟਹਿਣੀਆਂ ਹਨ। ਉਹ ਵੀ ਅੰਬ ਫਲ ਹੈ ਜਿਹੜਾ ਛਿਪਦੇ ਵੱਲ ਲੱਗਦਾ ਹੈ, ਉਹ ਵੀ ਅੰਬ ਦਾ ਫਲ ਹੈ ਜਿਹੜਾ ਚੜ੍ਹਦੇ ਵੱਲ ਲੱਗਦਾ ਹੈ। ਜੇ ਦੋਨੋਂ ਹਾਕ ਮਾਰ ਕੇ ਕਹਿਣ ਤੂੰ ਮੇਰੇ ਤੋਂ ਆ ਜਾ ਮੈਂ ਤੇਰੇ ਤੋਂ, ਟਹਿਣੀਆਂ ਤੋਂ ਟੁੱਟ ਬਹਿਣਗੇ, ਦੋਨੋਂ ਪਾਸਿਆਂ ਤੋਂ ਹੀ ਗਏ। ਲੇਕਿਨ ਰਸਤਾ ਇੱਕੇ ਬਿਰਛ ਦਾ ਉਹਨਾਂ ਨੂੰ ਆਉਂਦਾ ਹੈ। ਜਿਹੜਾ ਛਿਪਦੇ ਵੱਲ ਲੱਗਿਆ ਉਹ ਛਿਪਦੇ ਵੱਲ ਹੀ ਰਹੇ, ਜਿਹੜਾ ਚੜ੍ਹਦੇ ਵੱਲ ਲੱਗਿਆ ਉਹ ਚੜ੍ਹਦੇ ਵੱਲ ਹੀ ਰਹੇ। ਇਸ ਕਰਕੇ ਗੁਰਸਿੱਖੋ ਗ੍ਰਸਥ ਵਿੱਚੋਂ ਜਿਤਨੇ ਪ੍ਰੇਮੀ ਬਰਾਗ ਧਾਰ ਕੇ ਸਾਧੂਆਂ ਦੀ ਮੰਡਲੀਆਂ ਚਾਹੁੰਦੇ, ਜੇ ਨਿਰਮਲ ਭੇਖ ਵਿੱਚ ਹਾਜ਼ਰ ਨੇ ਤਾਂ ਉੱਥੇ ਸਤਸੰਗੀ ਗੁਰਸਿੱਖੀ ਨਿਭਾ ਦੇਵੇ। ਸੰਤ ਬਾਬਾ ਈਸ਼ਰ ਸਿੰਘ ਵਰਗੇ ਬ੍ਰਹਮ ਗਿਆਨੀ, ਇਸੇ ਤਰ੍ਹਾਂ ਬਾਬਾ ਮਤਾਬ ਸਿੰਘ ਜੀ ਮਹਾਂਪੁਰਖ, ਕਿਤਨੇ ਕੁ ਗਿਣਦੀ ਹੈ ਖਾਲਸਾ ਜੀ ਨਿਰਮਲ ਭੇਖ ਦੇ ਅੰਦਰ ਬੜੇ ਸਤਸੰਗ ਜੀ ਸਾਧੂ ਮਹਾਤਮਾ। ਅੰਮ੍ਰਿਤਸਰ ਬਾਬਾ ਸ਼ਾਮ ਸਿੰਘ ਜੀ ਦੀਵਾਲੀ ਵਾਲੇ ਪੁਰਬ ਆ ਜਿਹੜਾ ਆ ਰਿਹਾ ਪੁਰਬ ਤੇ ਹਰਿਦੁਆਰ ਤੋਂ ਸਾਧੂ ਆਏ ਇਕੱਠੇ ਹੋ ਕੇ। ਸੰਤ ਬਾਬਾ ਈਸ਼ਰ ਸਿੰਘ ਜੀ ਬਰਕਤ ਸਨ, ਉਹਨਾਂ ਦੇ ਨਾਲ ਆਪਸ ਵਿੱਚ ਹੀ ਬਚਨ ਕਰਦੇ, ਕਹਿੰਦੇ ਅੰਮ੍ਰਿਤਸਰ ਬੜਾ ਭਾਰੀ ਤੀਰਥ ਹੈ, ਇੱਥੇ ਕੋਈ ਬ੍ਰਹਮ ਗਿਆਨੀ ਅੱਜ ਕੱਲ ਕੌਣ ਹੈ? ਪਤਾ ਕੀਤਾ, ਕਹਿਣ ਲੱਗੇ ਸੰਤ ਬਾਬਾ ਸ਼ਾਮ ਸਿੰਘ ਜੀ ਹਨ। ਚਲੋ ਕਹਿੰਦੇ ਦਰਸ਼ਨ ਕਰੀਏ। ਜਦੋਂ ਦਰਸ਼ਨ ਕਰਨ ਗਏ ਉਸ ਡੇਰੇ ਨੂੰ ਗਲੀ ਤੰਗ ਜੀ ਜਾਂਦੀ ਹੁੰਦੀ ਸੀ। ਬਾਬਾ ਜੀ ਸੱਤ ਜੀ ਝਾੜੂ ਲੈ ਕੇ ਗੰਦੀ ਨਾਲੀ ਤੋਂ ਸਾਫ਼ ਕਰ ਰਹੇ ਨੇ। ਜਿਸ ਵੇਲੇ ਸਾਧੂ ਗਏ ਇਕੱਤਰ ਹੋ ਕੇ, ਕਹਿੰਦੇ ਬਾਬਾ ਜੀ ਅਸੀਂ ਬਾਬਾ ਸ਼ਾਮ ਸਿੰਘ ਜੀ ਨੂੰ ਮਿਲਣਾ। ਕਹਿੰਦੇ ਜੀ ਦਾਸ ਦੇ ਸਰੀਰ ਦਾ ਹੀ ਨਾਂ ਹੈ, ਕਿਰਪਾ ਕੀਤੀ ਤੁਸੀਂ ਦਰਸ਼ਨ ਦੇਣ ਆਏ ਹੋ, ਬੈਠੋ ਦਰਬਾਰ ਵਿੱਚ। ਜਿਸ ਵੇਲੇ ਬੈਠੇ ਸੰਤੋਂ ਕਹਿਣ ਲੱਗੇ ਮਹਾਤਮਾ ਜੀ ਇਹ ਹਲਿਆ ਕੰਮ ਕਰਨ ਜੋਗਾ ਹੀ ਰਹਿ ਗਿਆ। ਕਹਿੰਦੇ ਜੀ ਮੈਨੂੰ ਇੰਨਾ ਪੜ੍ਹਨਾ ਤਾਂ ਆਉਂਦਾ ਨਹੀਂ, ਮੈਂ ਸ਼ਬਦ ਸੁਣਾ ਦਿੰਦਾ। ਕਿਉਂ 70 ਸਾਲ ਕੀਰਤਨ ਨਿਸਕਾਮਤਾ ਦੇ ਸਹਿਤ ਹਰਿਮੰਦਰ ਸਾਹਿਬ ਕੀਤਾ। ਅੱਜ ਉੱਥੇ ਕੀਰਤਨ ਕੋਈ ਪੈਸਾ ਨਾ ਦੇਵੇ, ਕੀਰਤਨ ਸੁਣਨਾ ਹੋ ਜਾਵੇਗਾ ਹਰਿਮੰਦਰ ਸਾਹਿਬ। ਸੋ ਖਾਲਸਾ ਜੀ ਉਹਨਾਂ ਮਹਾਤਮਾ ਨੇ ਲੈ ਕੇ ਸਾਜ ਕੀ ਸ਼ਬਦ ਪੜਿਆ? ਬਾਬਾ ਦੇ ਬਸਾਂ ਸੱਚ ਗਾਵਾਂ, ਜਾਤੇ ਸਹਿਜੇ ਸਹਿਜ ਸਮਾਵਾਂ, ਸਭ ਨਗਰੀ ਮੈਂ ਇੱਕੋ ਰਾਜਾ, ਸਭ ਪਵਿੱਤ ਹੈ ਥਾਵਾਂ, ਬਾਬਾ ਦੇ ਬਸਾਂ ਸੱਚ ਗਾਵਾਂ। ਇਹ ਮਾਰੂ ਰਾਗ ਦਾ ਜਦੋਂ ਸ਼ਬਦ ਪੜਿਆ, ਸੰਤ ਈਸ਼ਰ ਸਿੰਘ ਜੀ ਸੰਤਾਂ ਨੂੰ ਕਹਿੰਦੇ ਜਿੰਨੇ ਹਰਿਦੁਆਰ ਤੋਂ ਆਏ ਸੀ, ਕਹਿੰਦੇ ਦੇਖੋ ਆਪਾਂ ਕੀ ਬਚਨ ਕਰਦੇ ਆਂ। ਇਹ ਕਹਿੰਦੇ ਕੋਈ ਜਗ੍ਹਾ ਅਪਵਿੱਤਰ ਹੈ ਹੀ ਨਹੀਂ,
ਸਾਰੀਆਂ ਜਗ੍ਹਾ ਪਵਿੱਤਰ ਨੇ। ਜਿੰਨਾ ਚਿਰ ਦੇਹ 'ਚ ਵਸੀਏ ਸੱਚੇ ਨਾਮ ਦਾ ਹੀ ਚਿੰਤਨ ਕਰੀਏ। ਐਸੇ ਐਸੇ ਮਹਾਤਮਾ ਪੰਥ ਦੇ ਅੰਦਰ ਹੋਏ ਖਾਲਸਾ ਜੀ। ਇਸ ਕਰਕੇ ਗੁਰਸਿੱਖੋ, ਵਾਹਿਗੁਰੂ ਕਿਰਪਾ ਕਰੇ ਇਹ ਜਿੰਨੀ ਟਕਸਾਲਾਂ ਹਨ, ਜਿੰਨੀਆਂ ਇਹਨਾਂ ਦੀਆਂ ਸ਼ਾਖਾ ਹਨ ਪ੍ਰਫੁੱਲਤ, ਅਧਿਕ ਤੋਂ ਅਧਿਕ ਸਤ ਸੰਗ ਜੀ ਹੋਰ ਪ੍ਰਫੁੱਲਤ ਹੋਣ। ਔਰ ਇਹਨਾਂ ਦੀ ਸਤ ਸੰਗ ਜੀ ਟਕਸਾਲ ਦੀ ਪਿੱਛੇ ਜੜ ਕਿਹੜੀ ਹੈ? ਨਿਰਮਲ ਭੇਖ ਜੜ ਹੈ, ਨਿਹੰਗ ਸਿੰਘ ਸੰਪਰਦਾਇ ਜੜ ਹੈ। ਜਿੰਨੇ ਤੁਸੀਂ ਗ੍ਰਸਤੀਓ, ਘਰਾਂ ਵਿੱਚੋਂ ਬੱਚਿਆਂ ਨੂੰ ਭੇਜਣ ਵਾਲੇ, ਇਹ ਦੇਖ ਲਓ ਕਾਮਾਂ ਤੇ ਕੋਲਾਂ ਦਾ ਕਿੰਨਾ ਫਰਕ ਹੈ। ਲੇਕਿਨ ਇਹ ਆਪ ਨੂੰ ਪਤਾ ਹੈ, ਜਿਹੜੀਆਂ ਕੋਲਾਂ ਨੇ ਉਹਨਾਂ ਦੇ ਬੱਚੇ ਕਾਮਾਂ ਦੇ ਐਲਨਾਂ 'ਚ ਪਲਦੇ ਹਨ। ਕਾਕ ਘਰੇ ਕੋਈ ਨਾ ਪਲੇ, ਮਾਤ ਬੋਲ ਸੰਗ ਭਾਗ, ਗ੍ਰਸਤ ਭਲੇ ਸਾਧੂ ਚਲੇ ਸੰਤ ਬਚਨ ਸੰਗ ਲਾਗ। ਇਸ ਕਰਕੇ ਗੁਰਸਿੱਖੋ, ਇਹ ਟਕਸਾਲ ਪਵਿੱਤਰ ਵਧੀ ਦੀ ਰਹੇ, ਜਿਸ ਕਰਕੇ ਇਹਦੇ 'ਚ ਵਿਦਿਆਰਥੀ ਵਿਦਿਆ ਅਧਿਐਨ ਕਰਨ ਔਰ ਨਾਲ ਹੀ ਸੰਸਕਾਰ ਬਰਕਤੀ ਵਾਲੇ ਹੋਣ। हे ਵਾਹਿਗੁਰੂ ਕਿਰਪਾ ਕਰੋ, ਸਾਡਾ ਸਰੀਰ ਸਾਰਾ ਪਰਉਪਕਾਰ ਅਰਥੇ ਪੰਥ ਦੇ ਲੱਗ ਜਾਵੇ। ਫਿਰ ਇਹ ਜਿਹੜੇ ਬਣੇ ਬੈਠੇ ਨੇ ਮਾਇਆ ਦੇ ਲਾਲਚੀ ਜਥੇਦਾਰੀਆਂ ਸਾਂਭੀ ਬੈਠੇ ਨੇ, ਉਹ ਕਦੇ ਗੁਰਬਾਣੀ ਦੇ ਉੱਤੇ ਉਂਗਲ ਨਹੀਂ ਕਰ ਸਕਣਗੇ ਖਾਲਸਾ ਜੀ। ਵਾਹਿਗੁਰੂ ਕਿਰਪਾ ਕਰੇ। ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਰਦਾਸ ਕਰੀਏ, ਸੱਚੇ ਪਾਤਸ਼ਾਹ ਆਪ ਜੀ ਦਾ ਪੰਥ ਹੈ, ਆਪ ਅੰਗ ਸੰਗ ਹੋ ਕੇ ਸਹਾਇਤਾ ਕਰੋ ਸਾਡੀ। ਫਿਰ ਖਾਲਸਾ ਜੀ ਭਾਵਨਾ ਨਾਲ ਕਿਉਂ ਨਹੀਂ ਸਤਿਗੁਰੂ ਜੀ ਹਾਜ਼ਰ ਨਾਜ਼ਰ ਹਨ, ਆਪਣੀ ਸਤਸੰਗ ਦੀ ਅਰਦਾਸ ਸੁਣਨਗੇ। ਇੱਥੇ ਹੀ ਸਤਸੰਗ ਜੀ ਵਿਸਰਾਮ ਦਿੰਦਾ, ਮਹਾਂਪੁਰਖਾਂ ਦਾ ਫੇਰ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਰਵੇ ਕੋ ਤਾਹੇ ਤਕ ਧਾਏ ਵੀਰ ਸਾਵਧਾਨ, ਹੁਣ ਲਾਗੇ ਜੁੱਧ ਕੇ ਜਹਾਂ ਤਹਾਂ ਸਭੈ ਵਿਧਾਨ। ਭੀਮ ਪੰਥ ਧਾਏ ਕੈ ਨਿਸੰਕ ਘਾਏ ਕਰਤ ਆਏ, ਜੂਝ ਜੂਝ ਕੈ ਮਰੈ ਸੋ ਦੇਵ ਲੋਕ ਬਸਤ ਜਾਏ। ਤਾਨ ਤਾਨ ਬਾਨ ਕੋ ਅਜਾਨ ਬਾਹ ਧਾਵਹੀ, ਜੂਝ ਜੂਝ ਕੈ ਮਰੈ ਅਲੋਕ ਲੋਕ ਪਾਵਹੀ। ਰੰਗ ਜੰਗ ਅੰਗ ਨੰਗ ਭੰਗ ਅੰਗ ਹੋਏ ਪਰਤ, ਟੂਕ ਟੂਕ ਹੋਏ ਗਿਰੇ ਸੋ